ਸੁਣਾਈਏ ਜੀ ਕਿਤਾਬਾਂ ਦੇ ਕੁਝ ਪੰਨੇ, ਆਓ ਸੁਣੋ ਸੁਣਾਈਏ। ਇਹ ਸਾਰੀ ਦੁਨੀਆ ਗਿਆਨ ਦਾ ਸਾਗਰ ਜਿਸ ਨੂੰ ਮੰਨੇ, ਆਓ ਸੁਣੋ ਸੁਣਾਈਏ ਜੀ ਕਿਤਾਬਾਂ ਦੇ ਕੁਝ ਪੰਨੇ, ਆਓ ਸੁਣੋ ਸੁਣਾਈਏ। ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ ਦੋਸਤੋ। ਮੈਂ ਹਾਂ ਸਰਬਜੀਤ ਸਿੰਘ ਅਤੇ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਕਿਤਾਬਾਂ ਦੇ ਪੰਨੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਨਾਨਕ ਸਿੰਘ ਦੀ ਲਿਖੀ ਪੁਸਤਕ ਮੇਰੀ ਦੁਨੀਆ ਦਾ 21ਵਾਂ ਅਧਿਆਇ, ਜਿਸ ਦਾ ਸਿਰਲੇਖ ਹੈ ਕਿ ਮੈਂ ਨਾਸਤਕ ਹਾਂ। ਪ੍ਰੀਤ ਨਗਰ ਛੱਡਣ ਤੋਂ ਬਾਅਦ ਇਹ ਸਵਾਲ ਮੇਰੇ ਉੱਤੇ ਅਕਸਰ ਕੀਤਾ ਜਾਂਦਾ ਸੀ, ਜਿਸ ਦਾ ਮੈਂ ਯਥਾਸ਼ਕਤ ਉੱਤਰ ਦਿੰਦਾ ਰਹਿੰਦਾ ਸਾਂ। ਨਾਵਲ ਆਸਤਕ ਨਾਸਤਕ ਵੀ ਮੈਂ ਇਸੇ ਖਿਆਲੋਂ ਲਿਖਿਆ ਸੀ। ਜਿਨ੍ਹਾਂ ਪਾਠਕਾਂ ਨੇ ਉਹ ਨਾਵਲ ਪੜ੍ਹਿਆ ਹੋਵੇਗਾ, ਜ਼ਰੂਰ ਹੀ ਇਸ ਪ੍ਰਸ਼ਨ ਦਾ ਉੱਤਰ ਉਹਨਾਂ ਨੂੰ ਮਿਲ ਗਿਆ ਹੋਵੇਗਾ, ਪਰ ਜ਼ਰੂਰੀ ਨਹੀਂ ਕਿ ਏਡਾ ਵੱਡਾ ਨਾਵਲ ਹਰ ਕਿਸੇ ਨੇ ਪੜ੍ਹਿਆ ਹੋਵੇ। ਇਸੇ ਖਿਆਲ ਨਾਲ ਮੈਂ ਇੱਥੇ ਉਪਰੋਕਤ ਪ੍ਰਸ਼ਨ ਦਾ ਉੱਤਰ ਦੇਣ ਦਾ ਯਤਨ ਕੀਤਾ ਹੈ। ਸੰਭਵ ਹੈ ਇਸ ਨੂੰ ਪੜ੍ਹ ਕੇ ਮੇਰੀ ਬਾਬਤ ਸਪਸ਼ਟ ਹੋ ਜਾਵੇ ਕਿ ਮੈਂ ਨਾਸਤਕ ਹਾਂ ਜਾਂ ਆਸਤਕ। ਜਿਹੜੇ ਲੋਕੀ ਮੇਰੀ ਮੁੱਢਲੀ ਜੀਵਨੀ ਤੋਂ ਵਾਕਫ ਨੇ, ਉਹ ਜਾਣਦੇ ਹੋਣਗੇ ਕਿ ਮੈਂ ਧਾਰਮਿਕ ਮਾਹੌਲ ਵਿੱਚ ਪ੍ਰਵਾਨ ਚੜ੍ਹਿਆ ਸਾਂ। ਸਤਿਗੁਰ ਮਹਿਮਾ ਆਦਿ ਮੇਰੀਆਂ ਰਚਨਾਵਾਂ ਇਸ ਗੱਲ ਦੀਆਂ ਗਵਾਹ ਨੇ। ਫਿਰ ਵੀ ਕਈਆਂ ਦਾ ਮੇਰੇ ਬਾਰੇ ਐਸੀ ਸ਼ੰਕਾ ਕਰਨਾ ਨਿਰਾਰਥਕ ਨਹੀਂ, ਜਦ ਕਿ ਉਹਨਾਂ ਦੇ ਭਾਣੇ ਮੈਂ ਇੰਨੇ ਵਰ੍ਹੇ ਨਾਸਤਕਾਂ ਵਿੱਚ ਰਹਿ ਕੇ ਗੁਜ਼ਾਰੇ ਨੇ। ਮੈਂ ਆਸਤਕ ਹਾਂ ਕਿ ਨਾਸਤਕ, ਅਰਥਾਤ ਰੱਬ ਨੂੰ ਮੰਨਣ ਵਾਲਿਆਂ ਵਿੱਚੋਂ ਹਾਂ ਕਿ ਨਾ ਮੰਨਣ ਵਾਲਿਆਂ ਵਿੱਚੋਂ? ਇਸ ਪ੍ਰਸ਼ਨ ਦਾ ਉੱਤਰ ਦੇਣ ਤੋਂ ਪਹਿਲਾਂ ਮੈਨੂੰ ਚਾਹੀਦਾ ਹੈ ਕਿ ਇੱਕ ਹੋਰ ਗੱਲ ਦਾ ਸਪਸ਼ਟੀਕਰਨ ਕਰਾਂ, ਅਰਥਾਤ ਰੱਬ ਨੂੰ ਸਮਝਣ ਨਾ ਸਮਝਣ ਬਾਰੇ। ਕਿਉਂਕਿ ਕਿਸੇ ਸਿਧਾਂਤ ਨੂੰ ਮੰਨਣ ਨਾ ਮੰਨਣ ਦਾ ਸਵਾਲ ਤਾਂ ਉਦੋਂ ਤੱਕ ਪੈਦਾ ਹੀ ਨਹੀਂ ਹੋ ਸਕਦਾ ਜਦ ਤੀਕ ਉਸ ਨੂੰ ਸਮਝਣ ਤੇ ਨਾ ਸਮਝਣ ਦਾ ਮਸਲਾ ਹੱਲ ਨਾ ਹੋ ਜਾਵੇ। ਰੱਬ ਕੀ ਹੈ, ਕਿਉਂ ਹੈ ਤੇ ਕਿੱਥੇ ਹੈ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੀ ਉਸ ਨੂੰ ਸਮਝਣਾ, ਅਰਥਾਤ ਰੱਬ ਦੀ ਹੋਂਦ ਬਾਰੇ ਗਿਆਨ ਪ੍ਰਾਪਤ ਕਰਨਾ ਹੈ। ਸੋ ਇਸ ਵਿਸ਼ੇ ਉੱਤੇ ਆਪਣੀ ਰਾਏ ਪ੍ਰਗਟ ਕਰਨ ਤੋਂ ਪਹਿਲਾਂ ਮੈਂ ਆਪਣੇ ਰੂਹਾਨੀ ਪੈਗੰਬਰ ਗੁਰੂ ਨਾਨਕ ਦੇ ਵਿਚਾਰ ਪੇਸ਼ ਕਰਦਾ ਹਾਂ, ਜਿਨ੍ਹਾਂ ਨੇ ਹੇਠਲੀਆਂ ਕੇਵਲ 4 ਸਤਰਾਂ ਵਿੱਚ ਇਸ ਉਲਝਣ ਦਾ ਸਮਾਧਾਨ ਕਰ ਦਿੱਤਾ ਹੈ। ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਏ ਲੱਖ 20, ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ਼। ਏਤ ਰਾਹ ਪਤ ਪਵੜੀਆ, ਚੜੀਐ ਹੋਏ 21, ਸੁਣ ਗੱਲਾ ਆਕਾਸ਼ ਕੀ, ਕੀਟਾ ਆਈ ਰੀਸ। ਅਰਥਾਤ ਰੱਬ ਨੂੰ ਜਾਣਨ ਤੇ ਉਸ ਦੀ ਵਿਆਖਿਆ ਕਰਨ ਲਈ ਜੇ ਸਾਡੇ ਕੋਲ ਇੱਕ ਦੀ ਬਜਾਏ 1 ਲੱਖ ਜੀਭਾਂ ਹੋਣ ਤੇ ਉਹਨਾਂ 1 ਲੱਖ ਜੀਭਾਂ ਨੂੰ 20 ਨਾਲ ਜ਼ਰਬ ਦੇ ਕੇ 20 ਲੱਖ ਬਣਾ ਦਿੱਤਾ ਜਾਵੇ, ਫਿਰ ਹਰ ਇੱਕ ਜ਼ਬਾਨ ਲੱਖ ਲੱਖ ਵਾਰੀ ਵਖਿਆਨ ਕਰੇ ਉਸ ਰੱਬ ਨੂੰ ਸਮਝਣ ਲਈ। ਇੱਥੇ ਹੀ ਬਸ ਨਹੀਂ, ਉਪਰੋਕਤ ਸਮੁੱਚੀ ਗਿਣਤੀ 2 ਖਰਬ ਦੀ ਇੱਕ ਪੌੜੀ ਮਿੱਥ ਕੇ ਜੇ ਕੋਈ ਇਹੋ ਜਿਹੀਆਂ 21 ਪੌੜੀਆਂ ਵੀ ਚੜ੍ਹ ਜਾਵੇ, ਭਾਵ 42 ਖਰਬ ਵਾਰੀ ਰੱਬ ਦੀ ਰੱਬਤਾ ਬਾਰੇ ਵਖਾਣ ਦਾ ਚਲਾ ਜਾਵੇ, ਫਿਰ ਵੀ ਇਹ ਉਸੇ ਤਰ੍ਹਾਂ ਦੀ ਹਿਮਾਕਤ ਹੋਵੇਗੀ ਜਿਵੇਂ ਪੰਛੀਆਂ ਦੇ ਆਕਾਸ਼ ਵਿੱਚ ਉੱਡਣ ਦੀਆਂ ਗੱਲਾਂ ਸੁਣ ਕੇ ਕੋਈ ਕਿਰਮ ਆਕਾਸ਼ ਵੱਲ ਹੰਭਲੇ ਮਾਰਨੇ ਸ਼ੁਰੂ ਕਰ ਦੇਵੇ, ਜਿਸ ਦਾ ਭਾਵ ਇਹ ਹੈ ਕਿ ਰੱਬ ਨੂੰ ਸਮਝ ਸਕਣ ਦਾ ਵਿਚਾਰ ਹੀ ਨਿਤਾਂਤ ਅਸੰਭਵ ਹੈ। 20ਵੀਂ ਸਦੀ ਦਾ ਪ੍ਰਕਿਰਤੀਵਾਦੀ ਮਨੁੱਖ ਇਸ ਸਿਧਾਂਤ ਨੂੰ ਅਵਿਸ਼ਵਾਸ ਦੀਆਂ ਨਜ਼ਰਾਂ ਨਾਲ ਵੇਖਦਾ ਹੋਇਆ ਕਹਿ ਦੇਵੇਗਾ ਕਿ ਰੱਬ ਜਾਂ ਉਸ ਦੀ ਹੋਂਦ ਦਾ ਖਿਆਲ ਸਿਰਿਓਂ ਹੀ ਇੱਕ ਵਹਿਮ ਹੈ, ਜਦ ਕਿ ਸੰਸਾਰ ਦੇ ਵਿਗਿਆਨੀਆਂ ਨੇ ਉਸ ਅਖੌਤੀ ਰੱਬ ਦੀ ਕੁਦਰਤ ਦੀ ਨਾੜ ਟੋਹ ਕੇ ਸਾਬਤ ਕਰ ਦਿੱਤਾ ਹੈ ਕਿ ਇਹ ਸਭ ਸ੍ਰਿਸ਼ਟੀ ਮਾਦੇ ਦਾ ਹੀ ਪਰਿਵਰਤਿਤ ਰੂਪ ਹੈ, ਹੋਰ ਕੁਝ ਨਹੀਂ। ਅਜੀਬ ਉਲਝਣ ਹੈ ਕਿ ਇੱਕ ਧਿਰ ਕਹਿੰਦੀ ਹੈ ਕਿ ਰੱਬ ਹੈ ਤਾਂ ਸਹੀ, ਪਰ ਉਸ ਨੂੰ ਸਮਝਣਾ ਜਾਂ ਉਸ ਦਾ ਅੰਤ ਪਾਉਣਾ ਅਸੰਭਵ ਹੈ। ਦੂਜੀ ਧਿਰ ਦਾ ਦਾਅਵਾ ਹੈ ਕਿ ਰੱਬ ਰੁੱਬ ਕੁਝ ਨਹੀਂ, ਇਹ ਨਿਰਾ ਢਕੌਂਸਲਾ ਹੈ,
ਆਖਰ ਕਿਹੜੀ ਗੱਲ ਨੂੰ ਕੋਈ ਸੱਚ ਮੰਨੇ। ਸਾਇੰਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਅਜੇ ਬਚਪਨ ਦੀ ਉਮਰ ਵਿੱਚ ਹੈ ਤੇ ਇਸੇ ਉਮਰੇ ਜੇ ਉਸਨੇ ਦੁਨੀਆ ਨੂੰ ਹੈਰਾਨ ਕਰਨ ਵਾਲੇ ਕ੍ਰਿਸ਼ਮੇ ਦਿਖਾਏ ਨੇ ਤਾਂ ਜਵਾਨ ਹੋ ਕੇ ਤਾਂ ਇੰਨਾ ਕੁਝ ਕਰ ਗੁਜ਼ਰੇਗੀ ਕਿ ਜਿਸ ਦੀ ਰੌਸ਼ਨੀ ਵਿੱਚ ਰੱਬ ਦੀ ਰੱਬਤਾ ਅਸਲੋਂ ਹੀ ਖਤਰੇ ਵਿੱਚ ਪੈ ਜਾਏਗੀ, ਜੇ ਕੋਈ ਰੱਬ ਹੈ ਵੀ ਤਾਂ। ਨਿਰਸੰਦੇਹ ਸਾਇੰਸ ਤੇ ਸਾਇੰਸਦਾਨ ਸ਼੍ਰੇਣੀ ਦੇ ਕਾਰਨਾਮਿਆਂ ਅੱਗੇ ਹਰ ਮਨੁੱਖ ਦਾ ਸਿਰ ਝੁਕ ਜਾਂਦਾ ਹੈ ਤੇ ਝੁਕਣਾ ਹੀ ਚਾਹੀਦਾ ਹੈ, ਕਿਉਂਕਿ ਇਸ ਨੇ ਸੰਸਾਰ ਉੱਤੇ ਬਹੁਤ ਭਾਰੀ ਉਪਕਾਰ ਕੀਤੇ ਨੇ। ਅੱਜ ਦਾ ਮਨੁੱਖ ਇਹ ਸਵੀਕਾਰ ਕਰਨੋਂ ਨਾਬਰ ਨਹੀਂ ਹੋ ਸਕਦਾ ਕਿ ਆਉਂਦੇ ਦਹਾਕੇ ਜਾਂ ਕੌੜੀ ਦੇ ਵਿੱਚ ਹੀ ਸਾਇੰਸ ਦੀ ਕਿਰਪਾ ਨਾਲ ਧਰਤੀ ਤੇ ਚੰਦਰਮਾ ਵਿਚਕਾਰ ਹਵਾਈ ਟ੍ਰੈਫਿਕ ਸ਼ੁਰੂ ਹੋ ਜਾਏਗੀ ਤੇ ਉਸ ਤੋਂ ਬਾਅਦ ਸ਼ਾਇਦ ਉਹ ਸਮਾਂ ਵੀ ਆ ਪਹੁੰਚੇ ਜਦੋਂ ਹਿਮਾਲਾ ਨੂੰ ਪੰਘਾਰਨਾ ਤੇ ਸਮੁੰਦਰ ਨੂੰ ਪਥਰਾਉਣਾ ਮਨੁੱਖ ਦੇ ਖੱਬੇ ਹੱਥ ਦਾ ਕਰਤੱਵ ਹੋ ਜਾਵੇਗਾ। ਇਸੇ ਤਰ੍ਹਾਂ ਇਹ ਵੀ ਕੋਈ ਅਚਰਜ ਨਹੀਂ ਜੇ ਮਨੁੱਖੀ ਰੱਜ ਤੇ ਵੀਰਜ ਨੂੰ ਟਿਊਬਾਂ ਵਿੱਚ ਭਰ ਕੇ ਮਸ਼ੀਨੀ ਆਦਮੀਆਂ ਦੇ ਟਿੱਡੀ ਦਲ ਪੈਦਾ ਕਰ ਲਏ ਜਾਣ ਤੇ ਉਹਨਾਂ ਦੀ ਖੁਰਾਕ ਮਿੱਟੀ ਜਾਂ ਰੇਤ ਵਿੱਚੋਂ ਪੈਦਾ ਕੀਤੀ ਜਾ ਸਕੇ। ਇਹ ਸਭ ਕੁਝ ਜੇ ਅੱਜ ਅਸੰਭਵ ਜਾਪਦਾ ਹੈ ਤਾਂ ਸਾਇੰਸ ਦੇ ਜਵਾਨੀ ਚੜ੍ਹਦਿਆਂ ਤੱਕ ਅਵੱਸ਼ ਹੀ ਇਸ ਦੀ ਸੰਭਾਵਨਾ ਕੀਤੀ ਜਾ ਸਕਦੀ ਹੈ। ਤੁਸੀਂ ਮੰਨ ਲਓ ਕਿ ਇੱਦਾਂ ਹੀ ਹੋ ਜਾਵੇਗਾ, ਮਸ਼ੀਨੀ ਮਰਦ ਵੀ ਤੇ ਔਰਤਾਂ ਵੀ ਬਣ ਜਾਣਗੀਆਂ, ਪਰ ਕੀ ਉਹਨਾਂ ਸਾਇੰਸ ਜਾਇਆਂ ਵਿੱਚ ਉਹ ਸਾਰੇ ਵਸਫ ਵੀ ਹੋਣਗੇ ਜਿਹੜੇ ਕੁਦਰਤੀ ਆਦਮੀਆਂ ਵਿੱਚ ਨੇ? ਕੀ ਉਹਨਾਂ ਦੇ ਸੀਨਿਆਂ ਵਿੱਚ ਪ੍ਰਕਿਰਤਿਕ ਦਿਲ ਵਰਗੇ ਆਲੇ ਵੀ ਹੋਣਗੇ ਜਿਨ੍ਹਾਂ ਵਿੱਚੋਂ ਪਿਆਰ, ਈਰਖਾ, ਵੀਰਤਾ, ਨਫ਼ਰਤ, ਹਮਦਰਦੀ ਤੇ ਵੈਰਾਗ ਆਦਿ ਦੇ ਮਨੋਵਿਕਾਰ ਪੈਦਾ ਹੋ ਸਕਣ? ਉਹਨਾਂ ਦੇ ਸਿਰਾਂ ਵਿੱਚ ਪ੍ਰਕਿਰਤਿਕ ਦਿਮਾਗ ਵਰਗੀ ਕੋਈ ਚੀਜ਼ ਵੀ ਹੋਵੇਗੀ ਜਿਸ ਦੀ ਮਦਦ ਨਾਲ ਉਹ ਟਿਊਬੀ ਆਦਮੀ ਸੋਚ ਸਮਝ ਜਾਂ ਮਹਿਸੂਸ ਕਰ ਸਕਣ? ਕੀ ਉਹ ਆਪਣੀ ਮਾਂ ਤੇ ਪਿਓ ਅਰਥਾਤ ਸਾਇੰਸ ਤੇ ਸਾਇੰਸਦਾਨ ਵਾਂਗ ਹੀ ਨਵੀਆਂ ਕਾਢਾਂ ਕੱਢਣ ਦੀ ਕੁਦਰਤ ਵੀ ਰੱਖਦੇ ਹੋਣਗੇ? ਕੀ ਉਹ ਸਾਹਿਤ, ਸੰਗੀਤ, ਨਿਰਤ ਤੇ ਚਿੱਤਰਕਲਾ ਦਾ ਨਿਰਮਾਣ ਤੇ ਇਹਨਾਂ ਸੰਬੰਧੀ ਵੱਡੇ ਗ੍ਰੰਥ ਲਿਖ ਸਕਿਆ ਕਰਨਗੇ? ਕੀ ਉਹ ਸ਼ੇਕਸਪੀਅਰ, ਕਾਲੀਦਾਸ, ਗਾਂਧੀ ਤੇ ਸਟਾਲਨ ਵਰਗੀਆਂ ਸੰਤਾਨਾਂ ਪੈਦਾ ਕਰਨ ਦੀ ਯੋਗਤਾ ਰੱਖਦੇ ਹੋਣਗੇ? ਜੇ ਜਵਾਬ ਹਾਂ ਵਿੱਚ ਹੈ ਤਾਂ ਬਿਹਤਰ, ਪਰ ਜੇ ਨਫੀ ਵਿੱਚ ਹੈ ਤਾਂ ਮੈਂ ਪੁੱਛਦਾ ਹਾਂ, ਨਿਰਾ ਧਰਤੀ ਤੇ ਚੰਨ ਵਿਚਾਲੇ ਟ੍ਰੈਫਿਕ ਜਾਰੀ ਕਰਨ ਜਾਂ ਟਿਊਬੀ ਬੱਚੇ ਪੈਦਾ ਕਰਨ ਤੋਂ ਬਾਅਦ ਕੀ ਸਾਇੰਸ ਦਾ ਜੋਬਨ ਢਲ ਜਾਏਗਾ? ਜਾਂ ਕੀ ਉਸ ਦੀ ਦੌੜ ਇੱਥੇ ਤੱਕ ਪਹੁੰਚ ਕੇ ਹੀ ਖਤਮ ਹੋ ਜਾਏਗੀ? ਜਾਂ ਕੀ ਇਤਨੀ ਹੀ ਮੱਲ ਮਾਰ ਕੇ ਅੱਜ ਦਾ ਸਾਇੰਸਦਾਨ ਕਹਿ ਦੇਵੇਗਾ ਕਿ ਉਸਨੇ ਰੱਬ ਨੂੰ ਪਛਾੜ ਦਿੱਤਾ ਹੈ? ਵਿਗਿਆਨੀਆਂ ਦੇ ਹੀ ਦਰਸਾਏ ਅੰਕੜਿਆਂ ਅਨੁਸਾਰ ਸਾਬਤ ਹੋ ਚੁੱਕਾ ਹੈ ਕਿ ਆਕਾਸ਼ ਵਿੱਚ ਚਮਕਦੇ ਚੰਨਾਂ, ਸੂਰਜਾਂ, ਸਿਤਾਰਿਆਂ ਤੇ ਸਿਆਰਿਆਂ ਦੀ ਗਿਣਤੀ ਕਰੋੜਾਂ ਤੋਂ ਵੀ ਅਗਾਂਹ ਅਰਬਾਂ ਤੱਕ ਹੈ। ਨਾਲ ਹੀ ਇਹ ਵੀ ਕਿਆਸ ਕੀਤਾ ਜਾਂਦਾ ਹੈ ਕਿ ਸ਼ਾਇਦ ਇਹ ਗਿਣਤੀ ਅਰਬਾਂ ਤੋਂ ਵੀ ਵੱਧ ਕੇ ਖਰਬਾਂ ਤੀਕ ਹੋਵੇ, ਕਿਉਂਕਿ ਜਿੰਨਾ ਕੁਝ ਇਸ ਬਾਰੇ ਮਨੁੱਖੀ ਸਮਝ ਦੀ ਪਕੜ ਵਿੱਚ ਆ ਚੁੱਕਾ ਹੈ, ਉਦੋਂ ਸ਼ਾਇਦ ਕਰੋੜਾਂ ਅਰਬਾਂ ਗੁਣਾ ਅਜੇ ਗਾਇਬ ਦੇ ਪਰਦੇ ਪਿੱਛੇ ਹੈ। ਇਹ ਮੰਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਤਾਰਕਾ ਮੰਡਲ ਦੇ ਵਾਸੀਆਂ ਵਿੱਚੋਂ ਚੰਨ ਦਾ ਦਰਜਾ ਸਭਨਾਂ ਤੋਂ ਛੋਟਾ ਤੇ ਸਾਡੀ ਜ਼ਮੀਨ ਤੋਂ ਇਸ ਦੀ ਦੂਰੀ ਸਭਨਾਂ ਤੋਂ ਘੱਟ ਹੈ, ਅਰਥਾਤ 1.25 ਲੱਖ ਮੀਲ ਤੋਂ ਲੈ ਕੇ 2 ਲੱਖ ਮੀਲ ਦੇ ਲਗਭਗ, ਜਦ ਕਿ ਕਈ ਸਧਾਰਨ ਤਾਰੇ ਵੀ ਜ਼ਮੀਨ ਤੋਂ ਇੰਨੇ ਉੱਚੇ ਨੇ ਕਿ ਉਹਨਾਂ ਦੀ ਨਿਰੀ ਰੌਸ਼ਨੀ ਨੂੰ ਇਸ ਜ਼ਮੀਨ ਤੱਕ ਪਹੁੰਚਣ ਲਈ ਲੱਖਾਂ ਵਰ੍ਹੇ ਲੱਗ ਜਾਂਦੇ ਨੇ। ਰੌਸ਼ਨੀ ਦੀ ਰਫ਼ਤਾਰ ਪੌਣੇ 2 ਲੱਖ ਮੀਲ ਪ੍ਰਤੀ ਸਕਿੰਟ ਹੈ। ਸੋਚਣ ਵਾਲੀ ਗੱਲ ਹੈ ਕਿ ਏਡੀ ਵਿਸ਼ਾਲ ਤੇ ਲਾਮਹਿਦੂਦ ਪ੍ਰਕਿਰਤੀ ਵਿੱਚੋਂ ਜੇ ਮਨੁੱਖੀ ਦਿਮਾਗ ਨੇ ਇੱਕ ਨਿਗੁਣੇ ਜਿਹੇ ਟਿਮਕਣੇ ਚੰਨ ਦਾ ਭੇਦ ਲੱਭ ਵੀ ਲਿਆ, ਉੱਥੇ ਤੀਕ ਪਹੁੰਚਣ ਵਿੱਚ ਕਾਮਯਾਬ ਹੋ ਵੀ ਗਿਆ, ਤਾਂ ਉਸ ਕਿਹੜੀ ਮੱਲ ਮਾਰ ਲਈ? ਚਲੋ ਤੁਸੀਂ ਇਹ ਵੀ ਤਸੱਵਰ ਕਰ ਲਓ ਕਿ ਅਗਾਂਹ ਜਾ ਕੇ ਮਨੁੱਖ ਹੋਰ 10-20 ਜਾਂ 100-200 ਨਛੱਤਰਾਂ ਉੱਤੇ ਅਧਿਕਾਰ ਜਮਾ ਲਏਗਾ, ਪਰ ਫਿਰ ਵੀ ਤਾਂ ਇਹ ਉਸ ਦਾ ਸਾਰਾ ਪੁਰਸ਼ਾਰਥ ਸਮੁੱਚੀ ਪ੍ਰਕਿਰਤੀ ਦੇ ਟਾਕਰੇ ਵਿੱਚ ਓਨੀ ਵੀ ਵੁਕਤ ਨਹੀਂ ਰੱਖੇਗਾ ਜਿੰਨੀ ਹਿਮਾਲਾ ਦੇ ਟਾਕਰੇ ਵਿੱਚ ਰੇਤ ਦਾ ਇੱਕ ਕਿਨਕਾ ਜਾਂ ਸਮੁੰਦਰ ਦੇ ਟਾਕਰੇ ਵਿੱਚ ਪਾਣੀ ਦਾ ਇੱਕ ਅਣੂ ਜਾਂ ਜ਼ਰਰਾ। ਕਤਰਾ ਨਹੀਂ, ਕਤਰੇ ਵਿੱਚ ਤਾਂ ਹਜ਼ਾਰਾਂ ਅਣੂ ਜਾਂ ਜ਼ਰਰੇ ਹੁੰਦੇ ਨੇ। ਕੀ ਇਸ ਦੀ ਰੌਸ਼ਨੀ ਵਿੱਚ ਗੁਰਬਾਣੀ ਦੀ ਉਪਰੋਕਤ ਵਿਆਖਿਆ ਨੂੰ ਝੁਠਲਾਇਆ ਜਾ ਸਕਦਾ ਹੈ? ਖੈਰ, ਇਹ ਗੱਲਾਂ ਤਾਂ ਹੋਈਆਂ ਵਾਦੀ ਸ਼ੰਕਾ ਦੀ ਬਿਨਾਂ ਉੱਤੇ। ਮੈਂ ਪ੍ਰਤੀਵਾਦ ਤੇ ਆਉਂਦਾ ਹੋਇਆ ਆਪਣੇ ਮੁੱਢਲੇ ਵਿਚਾਰ ਨੂੰ ਲੈਂਦਾ ਹਾਂ। ਜੋ ਕੁਝ ਇੰਨਾ ਅਨੰਤ, ਸਰਬ ਵਿਆਪੀ ਤੇ ਨਿਰੰਤਰ ਹੈ,
ਜਿਸ ਸ਼ਕਤੀ ਦੇ ਅਜ਼ਲੀ ਕੰਟਰੋਲ ਵਿੱਚ ਕਰੋੜਾਂ ਸਦੀਆਂ ਤੋਂ ਅਰਬਾਂ ਖਰਬਾਂ ਧਰਤੀਆਂ, ਚੰਨ, ਤਾਰੇ ਤੇ ਖੰਡ ਬ੍ਰਹਿਮੰਡ ਗਰਦਸ਼ ਕਰੀ ਚਲੇ ਆ ਰਹੇ ਨੇ, ਜਿਸ ਬਾਰੇ ਮਹਾਂਵਾਕ ਹੈ, ਭੈ ਵਿੱਚ ਪਵਨ ਵਹੇ ਸਦ ਵਾਓ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਜਿਸ ਦੀ ਸਮੁੱਚੀ ਅਨਾਦਤਾ ਤੇ ਅਨੰਤਤਾ ਨੂੰ ਅੱਜ ਤੀਕ ਨਾ ਕੋਈ ਅਧਿਆਤਮਵਾਦੀ ਤੇ ਨਾ ਕੋਈ ਪਦਾਰਥਵਾਦੀ ਸਮਝ ਸਕਿਆ ਹੈ, ਉਸੇ ਸ਼ਕਤੀ ਨੂੰ ਹੀ ਤਾਂ ਰੱਬ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ। ਉਸ ਮਹਾਸ਼ਕਤੀ ਦਾ ਨਿਜ਼ਾਮ ਜਦੋਂ ਤੀਕ ਮਨੁੱਖੀ ਸਮਝ ਤੋਂ ਬਾਹਰ ਹੈ, ਤਦ ਤੀਕ ਮਨੁੱਖ ਲਈ ਉਹ ਰੱਬ ਹੈ, ਸ੍ਰਿਸ਼ਟੀ ਦਾ ਕਰਤਾ ਹੈ ਤੇ ਸਰਬ ਸ਼ਕਤੀਵਾਨ ਹੈ। ਭਾਵ ਜਿਸ ਦੀ ਅਨੰਤਤਾ ਬਾਰੇ ਅਸੀਂ ਕੁਝ ਨਹੀਂ ਜਾਣਦੇ, ਉਹੀ ਸਾਡੇ ਲਈ ਪ੍ਰਭੂ ਹੈ। ਗੋਇਆ ਰੱਬ ਤਦ ਤੀਕ ਅਵਸ਼ ਹੀ ਰੱਬ ਹੈ ਤੇ ਰਹੇਗਾ ਜਦ ਤੀਕ ਉਸ ਦੀ ਰੱਬਤਾ ਦਾ ਰਾਜ਼ ਮਨੁੱਖੀ ਸਮਝ ਦੇ ਦਾਇਰੇ ਵਿੱਚ ਨਹੀਂ ਆ ਜਾਂਦਾ। ਅਲਬੱਤਾ ਜਿਵੇਂ ਵਿਗਿਆਨੀਆਂ ਦਾ ਦਾਅਵਾ ਹੈ, ਜੇ ਸੱਚਮੁੱਚ ਹੀ ਕਦੀ ਸਾਡੀ ਚੇਤਨਾ ਨੇ ਉਸ ਦੀ ਅਨੰਤਤਾ ਨੂੰ ਪਛਾਣ ਲਿਆ, ਉਸ ਦੇ ਭੇਦਾਂ ਨੂੰ ਸਮੁੱਚੇ ਤੌਰ 'ਤੇ ਪਾ ਲਿਆ, ਤਾਂ ਉਸ ਦਿਨ ਨਾ ਉਹ ਸਾਡੇ ਲਈ ਰੱਬ ਰਹੇਗਾ ਤੇ ਨਾ ਅਸੀਂ ਉਸ ਦੇ ਮੱਦਾਹ। ਪਰ ਜਦ ਤੀਕ ਐਸੇ ਕਿਸੇ ਅਸੰਭਵ ਪਰਾਏ ਯੁੱਗ ਦਾ ਆਗਾਜ਼ ਨਹੀਂ ਹੁੰਦਾ, ਤਦ ਤੀਕ ਤਾਂ ਨਿਸ਼ਚੇ ਹੀ ਉਹ ਸਾਡੇ ਲਈ ਰੱਬ ਹੈ ਤੇ ਅਸੀਂ ਜ਼ਰੂਰ ਹੀ 10ਵੇਂ ਪਾਤਸ਼ਾਹ ਦੇ ਇਨ੍ਹਾਂ ਸ਼ਬਦਾਂ ਦੁਆਰਾ ਉਸ ਦੀ ਅਨੰਤਤਾ ਅੱਗੇ ਸਿਰ ਝੁਕਾਉਂਦੇ ਚਲੇ ਜਾਵਾਂਗੇ। ਬੇਅੰਤ 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 ਕੋ ਕਰੰਤ ਪਾਠ ਪੇਖੀਏ। ਸੋ ਜੇ ਅਸਾਂ ਸਵੀਕਾਰ ਕਰ ਲਿਆ ਕਿ ਰੱਬ ਅਰਥਾਤ ਉਹ ਮਹਾਂਸ਼ਕਤੀ ਬੇਅੰਤ ਹੈ, ਤਾਂ ਇਸ ਦਾ ਅਰਥ ਸਾਫ਼ ਹੈ ਕਿ ਅਸੀਂ ਰੱਬ ਨੂੰ ਮੰਨਦੇ ਹਾਂ, ਅਸੀਂ ਆਸਤਕ ਹਾਂ। ਫਿਰ ਉਸ ਨੂੰ ਨਾ ਮੰਨਣ ਜਾਂ ਨਾਸਤਕ ਹੋਣ ਦਾ ਸਵਾਲ ਹੀ ਖਤਮ ਹੋ ਜਾਂਦਾ ਹੈ। ਇਸ ਤੋਂ ਅੱਗੇ ਇੱਕ ਹੋਰ ਪ੍ਰਸ਼ਨ ਉੱਠਦਾ ਹੈ ਕਿ ਜੇ ਰੱਬ ਦਾ ਵਾਕਈ ਇਹੋ ਰੂਪ ਹੈ, ਤਾਂ ਫਿਰ ਉਸ ਦੀ ਪੂਜਾ ਕਰਨ, ਉਸ ਅੱਗੇ ਨਜ਼ਰਾਂ ਨਿਆਜ਼ਾਂ ਚੜ੍ਹਾ ਕੇ ਰਿਝਾਉਣ ਅਥਵਾ ਆਪਣੇ ਪਾਪ ਬਖਸ਼ਾਉਣ ਖਾਤਰ ਉਸ ਅੱਗੇ ਸੁੱਖਣਾ ਸੁੱਖਣ ਦਾ ਕੀ ਫਾਇਦਾ? ਕੀ ਉਸ ਦਾ ਕੋਈ ਸਾਕਾਰ ਰੂਪ ਵੀ ਹੈ ਜਿਹੜਾ ਸਾਡੀਆਂ ਨਜ਼ਰਾਂ ਨਿਆਜ਼ਾਂ ਤੇ ਸਾਡੇ ਪੂਜਾ ਪਾਠ ਨੂੰ ਕਬੂਲਦਾ ਹੋਇਆ ਸਾਨੂੰ ਵਰਦਾਨ ਬਖਸ਼ਦਾ ਹੈ? ਕਾਫੀ ਟੇਢਾ ਸਵਾਲ ਹੈ ਇਹ। ਟੇਢਾ ਉਂਝ ਭਾਵੇਂ ਨਾ ਵੀ ਹੋਵੇ, ਪਰ ਬਣ ਜ਼ਰੂਰ ਗਿਆ ਹੈ। ਮੇਰੇ ਤੁੱਛ ਤਜਰਬੇ ਤੇ ਮਹਿਦੂਦ ਸਮਝ ਦਾ ਜਿੱਥੋਂ ਤੱਕ ਵਾਸਤਾ ਹੈ, ਇਸ ਕਿਸਮ ਦੀ ਪੂਜਾ ਅਰਾਧਨਾ ਜਾਂ ਸੁਖਨਾ ਨਜ਼ਰਾਨਿਆਂ ਦਾ ਰਿਵਾਜ਼ ਇੱਕ ਨਿਰਾਰਥਕ ਰਿਵਾਜ਼ ਹੈ। ਪਰ ਅੱਜ ਦੇ ਯੁੱਗ ਵਿੱਚ ਨਿਰਾਰਥਕ ਹੁੰਦਾ ਹੋਇਆ ਵੀ ਇਹ ਕਿਸੇ ਭੂਤਕਾਲਿਕ ਯੁੱਗ ਵਿੱਚ ਲਾਭਕਾਰੀ ਜ਼ਰੂਰ ਹੁੰਦਾ ਹੋਵੇਗਾ, ਉਦੋਂ ਜਦੋਂ ਮਨੁੱਖਤਾ ਅਜੇ ਬਾਲ ਵਰੇਸ ਵਿੱਚ ਸੀ। ਅਣਜਾਣੇ ਬੱਚੇ ਨੂੰ ਤੁਸੀਂ ਕਹਿੰਦੇ ਹੋ, ਵੇਖ ਕਾਕਾ, ਪਿਸ਼ਾਬ ਵਾਲੀ ਥਾਂ ਨੂੰ ਜੇ ਹੱਥ ਲਾਈਏ ਤਾਂ ਹੱਥਾਂ 'ਤੇ ਫੋੜੇ ਨਿਕਲ ਆਉਂਦੇ ਨੇ, ਤੇ ਤੁਹਾਡਾ ਬੱਚਾ ਫੋੜਿਆਂ ਦੇ ਡਰੋਂ ਇਸ ਕਿਰਿਆ ਤੋਂ ਬਾਜ਼ ਆ ਜਾਂਦਾ ਹੈ। ਪਰ ਜੇ ਇਹੋ ਗੱਲ ਤੁਸੀਂ ਉਸ ਨੂੰ ਕਿਸੇ ਮਨੋਵਿਗਿਆਨਕ ਜਾਂ ਬੌਧਿਕ ਢੰਗ ਨਾਲ ਸਮਝਾਓਗੇ ਤਾਂ ਉਸ ਦੇ ਪੱਲੇ ਕੁਝ ਨਹੀਂ ਪਵੇਗਾ। ਪਰ ਬੱਚੇ ਵਾਲਾ ਇਹੋ ਢੰਗ ਜੇ ਤੁਸੀਂ ਇੱਕ ਪਕੇਰੀ ਸਮਝ ਵਾਲੇ ਗੱਭਰੂ ਉੱਤੇ ਵਰਤੋਗੇ ਤਾਂ ਉਹ ਉਲਟਾ ਤੁਹਾਨੂੰ ਹੀ ਮੂਰਖ ਸਮਝਣ ਲੱਗ ਪਵੇਗਾ। ਅੱਜ ਤੋਂ ਹਜ਼ਾਰਾਂ ਸਦੀਆਂ ਪਹਿਲਾਂ ਜਦੋਂ ਮਨੁੱਖੀ ਬੁੱਧ ਅਵਿਕਸਿਤ ਹਾਲਤ ਵਿੱਚ ਸੀ, ਉਸ ਯੁੱਗ ਦੇ ਸਿਆਣਿਆਂ ਨੇ ਇਸ ਨੂੰ ਮਾੜੇ ਕੰਮਾਂ ਤੋਂ ਰੋਕਣ ਤੇ ਚੰਗੇ ਕੰਮਾਂ ਵੱਲ ਪ੍ਰਵਿਰਤ ਕਰਨ ਦੇ ਖਿਆਲੋਂ ਇਸ ਕਿਸਮ ਦੇ ਵਿਚਾਰ ਘੜੇ ਹੋਣਗੇ, ਅਰਥਾਤ ਮਨੁੱਖ ਨੂੰ ਤਾੜਨਾ ਕੀਤੀ ਹੋਵੇਗੀ। ਜੇ ਤੂੰ ਭੈੜੇ ਕੰਮ ਕਰੇਂਗਾ ਤਾਂ ਮਰਨ ਤੋਂ ਬਾਅਦ ਰੱਬ ਦੇ ਸਿਪਾਹੀ ਤੈਨੂੰ ਫੜ ਕੇ ਰੱਬ ਦੇ ਜਸਟਿਸ ਦੀ ਕਚਹਿਰੀ ਵਿੱਚ ਪੇਸ਼ ਕਰਨਗੇ, ਜਿੱਥੇ 2 ਸਰਕਾਰੀ ਗਵਾਹ ਤੇਰੇ ਅਮਲਨਾਮਿਆਂ ਦੀ ਵਹੀ ਫੋਲ ਕੇ ਤੇਰੇ ਪਾਪਾਂ ਦੀ ਵਿਆਖਿਆ ਕਰਨਗੇ, ਤੇ ਫਿਰ ਰੱਬ ਦੇ ਜਸਟਿਸ ਅਰਥਾਤ ਧਰਮਰਾਜ ਦੇ ਫੈਸਲੇ ਅਨੁਸਾਰ ਤੈਨੂੰ ਨਰਕਾਂ ਵਿੱਚ ਸੁੱਟ ਦਿੱਤਾ ਜਾਏਗਾ। ਸ਼ੱਕ ਨਹੀਂ ਕਿ ਆਦਿ ਮਨੁੱਖ ਲਈ ਇਸ ਕਿਸਮ ਦੇ ਡਰਾਊ ਉਪਦੇਸ਼ ਜ਼ਰੂਰੀ ਵੀ ਹੁੰਦੇ ਹੋਣਗੇ ਤੇ ਲਾਭਦਾਇਕ ਵੀ, ਪਰ ਹੁਣ ਤਾਂ ਮਨੁੱਖ ਓਨਾ ਅਣਜਾਣਾ ਨਹੀਂ ਰਿਹਾ ਕਿ ਇਹੋ ਜਿਹੇ ਉਪਦੇਸ਼ਾਂ ਦਾ ਅਸਰ ਕਬੂਲ ਕਰ ਸਕੇ। ਇਹ ਗੱਲ ਵੱਖਰੀ ਹੈ ਕਿ ਦੁਨੀਆ ਵਿੱਚੋਂ ਜਹਾਲਤ ਕਦੀ ਵੀ ਖਤਮ ਨਹੀਂ ਹੋਈ ਤੇ ਨਾ ਕਦੀ ਹੋਵੇਗੀ। ਅੱਜ ਵੀ ਕਰੋੜਾਂ ਆਦਮੀ ਤੁਹਾਨੂੰ ਉਸੇ ਆਦਿ ਮਨੁੱਖ ਵਰਗੇ ਕੱਚੇ ਦਿਮਾਗ ਵਾਲੇ ਤੇ ਰੂੜੀਵਾਦੀ ਕਿਸਮ ਦੇ ਮਿਲਣਗੇ, ਜਿਨ੍ਹਾਂ ਨੂੰ ਨਰਕਾਂ ਦਾ ਸਹਿਮ ਤੇ ਸਵਰਗਾਂ ਦਾ ਝਾਂਸਾ ਦੇਣ ਲਈ ਅਖੌਤੀ ਧਰਮੀਆਂ ਨੇ ਅਣਗਿਣਤ ਦੁਕਾਨਾਂ ਖੋਲ੍ਹ ਰੱਖੀਆਂ ਨੇ ਤੇ ਖੂਬ ਵਾਰੇ ਨਿਆਰੇ ਕਰੀ ਜਾ ਰਹੇ ਨੇ। ਪਰ ਸੱਚਾਈ ਤਾਂ ਆਖਰ ਸੱਚਾਈ ਹੈ, ਜਿਹੜੀ ਅਵੇਰੇ ਜਾਂ ਸਵੇਰੇ ਉਘੜ ਕੇ ਹੀ ਰਹਿੰਦੀ ਹੈ ਤੇ ਰਹੇਗੀ। ਗੱਲ ਜੇ ਨਿਰੀ ਇਸ ਕਿਸਮ ਦੇ ਧਾਰਮਿਕ ਦੁਕਾਨਦਾਰ ਦੇ ਹੱਥ ਵਿੱਚ ਹੀ ਹੁੰਦੀ
ਤਾਂ ਨਿਸ਼ਚੇ ਹੀ ਹੁਣ ਤੀਕ ਮਨੁੱਖਾਂ ਦੀ ਇੱਕ ਵੱਡੀ ਗਿਣਤੀ ਇਹਨਾਂ ਦੇ ਸੰਗਲ ਵਿੱਚੋਂ ਛੁਟਕਾਰਾ ਪਾ ਚੁੱਕੀ ਹੁੰਦੀ। ਪਰ ਮੁਸ਼ਕਲ ਤਾਂ ਇਹ ਹੈ ਕਿ ਤਕਰੀਬਨ ਹਰ ਮਜ਼ਹਬ ਦੇ ਧਰਮ ਗ੍ਰੰਥਾਂ ਵਿੱਚ ਵੀ ਇਹੋ ਵਹਿਮ ਪ੍ਰਾਪਤੀ ਭਰੀ ਪਈ ਹੈ। ਫਿਰ ਕਿਸ ਵਿੱਚ ਏਡੀ ਜ਼ਰੂਰਤ ਹੋ ਸਕਦੀ ਹੈ ਕਿ ਧਰਮ ਗ੍ਰੰਥਾਂ, ਜਿਨ੍ਹਾਂ ਦੀਆਂ ਲਿਖਤਾਂ ਨੂੰ ਉਹ ਲੋਕ ਰੱਬ ਦੇ ਆਪਣੇ ਹੱਥ ਦੀ ਲਿਖਤ ਸਮਝਦੇ ਨੇ, ਦੀ ਗੱਲ ਨੂੰ ਉਥਲ ਸਕਣ। ਧਰਮ ਗ੍ਰੰਥਾਂ ਵਿੱਚ ਹੋਣ ਤੇ ਭਾਵੇਂ ਕਿਸੇ ਮਹਾਂਗਿਆਨੀ ਦੀ ਜ਼ੁਬਾਨ 'ਤੇ, ਪਰ ਮੇਰੇ ਨਜ਼ਦੀਕ ਤਾਂ ਇਹੋ ਜਿਹੇ ਉਪਦੇਸ਼ਾਂ ਦੀ ਕੋਈ ਵੁਕਤ ਨਹੀਂ। ਨਾ ਹੀ ਇਸ ਕਿਸਮ ਦੇ ਸਿਧਾਂਤਾਂ ਨਾਲ ਮੇਰੀ ਕੋਈ ਦਿਲਚਸਪੀ ਹੈ, ਜਿਨ੍ਹਾਂ ਰਾਹੀਂ ਦੱਸਿਆ ਜਾਂਦਾ ਹੈ ਕਿ ਇਹ ਸੰਸਾਰ ਅਸੱਤ ਹੈ, ਇਹ ਛਿਨ ਭੰਗਰ ਹੈ, ਇਸ ਵਿੱਚ ਮੋਹ ਪਾਉਣਾ ਮੂਰਖਤਾ ਹੈ, ਤੇ ਇਹ ਕਿ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਮਨੁੱਖ ਨੂੰ ਇਸ ਦੇ ਅਸਰਾਂ ਪ੍ਰਭਾਵਾਂ ਤੋਂ ਨਿਰਲੇਪ ਹੋ ਕੇ ਜੀਣਾ ਚਾਹੀਦਾ ਹੈ। ਮੇਰੇ ਵਿਚਾਰ ਵਿੱਚ ਇਹ ਸੰਸਾਰ ਨਾ ਤਾਂ ਅਸੱਤ ਹੈ ਤੇ ਨਾ ਹੀ ਛਿਨ ਭੰਗਰ, ਬਲਕਿ ਇਹ ਸੱਤ ਹੈ ਤੇ ਸੱਚਾਈ ਹੈ। ਇਸ ਸੰਬੰਧੀ ਮੇਰੇ ਲਈ ਮੇਰੇ ਰੂਹਾਨੀ ਪੈਗੰਬਰ ਦਾ ਇੱਕ ਫਰਮਾਨ ਸਪਸ਼ਟ ਹੈ ਕਿ ਇਹ ਜਗਤ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਜਾਂ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਿਹੜਾ ਹਰੀ ਖੁਦ ਅਮਰ ਅਟਲ ਹੈ, ਉਸ ਦਾ ਨਿਵਾਸ, ਉਸ ਦਾ ਰੂਪ, ਇਹ ਸੰਸਾਰ ਕਿਵੇਂ ਅਸੱਤ ਜਾਂ ਨਾਸ਼ਮਾਨ ਹੋ ਸਕਦਾ ਹੈ? ਬਾਕੀ ਰਿਹਾ ਦੂਸਰਾ ਸਿਧਾਂਤ ਕਿ ਦੁਨੀਆ ਵਿੱਚ ਨਿਰਲੇਪ ਹੋ ਕੇ ਰਹੋ। ਮੈਂ ਕਹਿੰਦਾ ਹਾਂ, ਕਿਉਂ ਅਸੀਂ ਨਿਰਲੇਪ ਹੋ ਕੇ ਰਹੀਏ? ਕਿਉਂ ਨਾ ਅਸੀਂ ਆਪਣੀ ਸੋਹਣੀ ਦੁਨੀਆ ਨੂੰ ਹੋਰ ਸੋਹਣੀ ਤੇ ਮਾਨਵ ਉਪਯੋਗੀ ਬਣਾਉਣ ਦੇ ਯਤਨਾਂ ਵਿੱਚ ਲੱਗੇ ਰਹੀਏ? ਅਸੀਂ ਜਿਹੜੇ ਅਸ਼ਰਫੁਲ ਮਖਲੂਕਾਤ ਦਾ ਦਰਜਾ ਰੱਖਦੇ ਹਾਂ, ਕਿਉਂ ਨਾ ਆਪਣੇ ਕਾਦਰ ਦੀ ਕ੍ਰਿਤ ਖਲਕਤ ਦੇ ਦੁੱਖਾਂ ਸੁੱਖਾਂ ਦੀ ਜਾਣਕਾਰੀ ਰੱਖੀਏ? ਤੇ ਜੇ ਨਿਰੇ ਮਿੱਟੀ ਦੇ ਮਾਧੋ ਬਣ ਕੇ ਹੀ ਅਸਾਂ ਇੱਥੇ ਰਹਿਣਾ ਹੈ, ਤਾਂ ਫਿਰ ਸਾਡੇ ਆਉਣ ਦਾ ਲਾਭ ਕੀ ਹੋਇਆ? ਜੇ ਅਸਾਂ ਦੁਨੀਆ ਦਾ ਸੁਹਜ ਸੁਆਦ ਵਧਾਉਣ ਵਿੱਚ ਕੋਈ ਹਿੱਸਾ ਨਾ ਪਾਇਆ, ਜੇ ਲੋਕਾਈ ਲਈ ਸੁੱਖ ਦੇ ਸਾਧਨ ਪੈਦਾ ਕਰਨ ਵਿੱਚ ਕੋਈ ਦਿਲਚਸਪੀ ਨਾ ਲਈ, ਤਾਂ ਇਸ ਦਾ ਇਹ ਮਤਲਬ ਹੋਇਆ ਕਿ ਜਿਹੇ ਪਹਾੜਾਂ ਉੱਤੇ ਪੱਥਰ ਤੇ ਇਹ ਦੁਨੀਆ ਵਿੱਚ ਮਨੁੱਖ। ਉਪਰੋਕਤ ਕਿਸਮ ਦੇ ਅਕੀਦਿਆਂ ਅਨੁਸਾਰ ਜੇ ਆਦਮੀ ਉਪਰਾਮ ਤੇ ਨਿਰਲੇਪ ਬਣ ਕੇ ਹੀ ਦੁਨੀਆ ਵਿੱਚ ਟਿਕਿਆ ਰਹਿੰਦਾ, ਤਾਂ ਇਹ ਬਿਜਲੀਆਂ ਦੇ ਬਲਬ ਤੇ ਪੱਖੇ, ਇਹ ਸੁਖਦਾਈ ਮਕਾਨ ਤੇ ਧਰਮ ਅਵਲੰਬੀਆਂ ਤੀਕ ਉਪਦੇਸ਼ਕਾਂ ਦੀ ਆਵਾਜ਼ ਪਹੁੰਚਾਉਣ ਲਈ ਇਹ ਲਾਊਡ ਸਪੀਕਰ, ਇਹ ਸਭ ਕੁਝ ਕਿਵੇਂ ਪੈਦਾ ਹੁੰਦਾ, ਜਿਹੜੀ ਧਾਰਮਿਕ ਲੋਕਾਂ ਦੇ ਖਿਆਲ ਵਿੱਚ ਨਾਸਤਕਾਂ ਦੀ ਕਾਢ ਹੈ। ਪਰ ਨਾਸਤਕਾਂ ਦੀ ਕਾਢ ਹੁੰਦਿਆਂ ਹੋਇਆਂ ਵੀ ਇਹਨਾਂ ਚੀਜ਼ਾਂ ਬਿਨਾਂ ਆਸਤਕਾਂ ਦਾ ਗੁਜ਼ਾਰਾ ਨਹੀਂ ਚੱਲ ਸਕਦਾ। ਇਤਿਹਾਸ ਗਵਾਹ ਹੈ ਕਿ ਸਾਡੇ ਇਹਨਾਂ ਹੀ ਉਪਰਾਮਤਾ ਤੇ ਨਿਰਲੇਪਤਾ ਦੇ ਉਪਦੇਸ਼ਾਂ ਨੇ ਵਿਦੇਸ਼ੀ ਜਰਵਾਣਿਆਂ ਨੂੰ ਸ਼ਹਿ ਦਿੱਤੀ ਕਿ ਸਦੀਆਂ ਤੱਕ ਪੈ ਦਰ ਪੈ ਹਮਲੇ ਕਰ ਕਰਕੇ ਉਹਨਾਂ ਨੇ ਸਾਡੇ ਦੇਸ਼ ਦਾ ਸੱਤਿਆਨਾਸ਼ ਕਰ ਦਿੱਤਾ। ਹੋਵੇ ਏਡਾ ਵਿਸ਼ਾਲ ਦੇਸ਼ ਤੇ ਮੁੱਠੀ ਭਰ ਵਿਦੇਸ਼ੀ ਲੁਟੇਰੇ ਆ ਕੇ ਇਸ ਦੇ ਆਹੂ ਲਾ ਜਾਣ, ਇੱਥੋਂ ਦੀਆਂ ਬਹੂ ਬੇਟੀਆਂ ਨੂੰ ਭੇਡਾਂ ਬੱਕਰੀਆਂ ਵਾਂਗ ਹਿੱਕ ਕੇ ਲੈ ਜਾਣ ਤੇ ਕਿਸੇ ਦੇ ਕੰਨ ਤੇ ਜੂੰ ਤੱਕ ਨਾ ਰੀਂਗੇ। ਮੰਨਿਆ ਕਿ ਅਹਿੰਸਾ ਤੇ ਸ਼ਾਂਤੀ ਮਨੁੱਖ ਲਈ ਅਤੀ ਲੋੜੀਂਦੇ ਗੁਣ ਨੇ, ਪਰ ਕੀ ਉਦੋਂ ਵੀ ਬੰਦਾ ਇਹਨਾਂ ਦੋਹਾਂ ਦੇ ਚੱਕਰ ਵਿੱਚ ਫਸਿਆ ਰਹੇ ਜਦੋਂ ਦੁਸ਼ਮਣ ਦੀ ਤਲਵਾਰ ਉਸਦੇ ਸਿਰ ਤੇ ਦਨਦਨਾ ਰਹੀ ਹੋਵੇ? ਇਹੋ ਜਿਹੇ ਸਮੇਂ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਹਿੰਦਿਆਂ ਤਲਵਾਰ ਮਿਆਨ ਵਿੱਚੋਂ ਕੱਢੀ ਸੀ, ਚੂੰ ਕਾਰ ਹਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਇਹੋ ਜਿਹੇ ਅਹਿੰਸਕਾਂ ਜਾਂ ਸ਼ਾਂਤਮਈ ਬੰਦਿਆਂ ਨੂੰ ਮੈਂ ਤਾਂ ਸਭ ਤੋਂ ਵੱਡੇ ਨਾਸਤਕ ਕਹਾਂਗਾ, ਜਿਹੜੇ ਆਪਣੇ ਰੱਬ ਦੇ ਘਰਾਂ ਨੂੰ ਲੁਟੀਂਦੇ ਤੇ ਰੱਬ ਦੇ ਸਰੂਪ ਮਨੁੱਖ ਨੂੰ ਕਹੀਂਦੇ ਤੱਕ ਕੇ ਵੀ ਟੱਸ ਤੋਂ ਮਸ ਨਾ ਹੋਣ। ਇਸ ਕਿਸਮ ਦੇ ਮਹਾਂ ਆਸਤਕਾਂ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਪ੍ਰਕਿਰਤੀਵਾਦੀ ਜਾਂ ਪਦਾਰਥਵਾਦੀ ਲੋਕ ਨਾਸਤਕ ਨੇ, ਕਿਉਂਕਿ ਉਹ ਰੱਬ ਉੱਤੇ ਵਿਸ਼ਵਾਸ ਨਹੀਂ ਰੱਖਦੇ। ਮੇਰਾ ਕਹਿਣਾ ਹੈ ਕਿ ਉਹ ਰੱਬ ਉੱਤੇ ਵਿਸ਼ਵਾਸ ਰੱਖਦੇ ਹੋਣ ਜਾਂ ਨਾ, ਪਰ ਇਹ ਤਾਂ ਮੰਨਣਾ ਹੀ ਪਵੇਗਾ ਕਿ ਰੱਬ ਦੀ ਖਲਕਤ ਦੇ ਦੁੱਖਾਂ ਸੁੱਖਾਂ ਵੱਲੋਂ ਉਹ ਲੋਕ ਉਹਨਾਂ ਆਸਤਕਾਂ ਵਾਂਗ ਉਪਰਾਮ ਨਹੀਂ ਰਹਿੰਦੇ। ਮਿਸਾਲ ਦੇ ਤੌਰ ਤੇ ਪੰਜਾਬ ਦੀ ਭਾਖੜਾ ਨੰਗਲ ਯੋਜਨਾ ਨੂੰ ਹੀ ਲੈ ਲਓ, ਜਿਹੜਾ ਅਸਲ ਵਿੱਚ ਨਾਸਤਕਾਂ, ਸਾਇੰਸਦਾਨਾਂ ਤੇ ਇੰਜੀਨੀਅਰਾਂ ਦੇ ਹੀ ਪੁਰਸ਼ਾਰਥ ਦਾ ਚਮਤਕਾਰ ਹੈ। 60 ਲੱਖ ਮੁਰੱਬਾ ਫੁੱਟ ਚਟਾਨਾਂ ਨੂੰ ਕੱਟ ਕੇ ਸਤਲੁਜ ਦਰਿਆ ਦੇ ਅੱਗੇ 750 ਫੁੱਟ ਉੱਚਾ ਬੰਨ੍ਹ ਮਾਰਨਾ ਤੇ 70 ਮੀਲਾਂ ਦੀ ਝੀਲ ਵਿੱਚ ਉਸ ਦੇ ਪਾਣੀ ਨੂੰ ਕਾਬੂ ਕਰਕੇ ਨਹਿਰਾਂ ਕੱਢਣੀਆਂ, ਜਿਨ੍ਹਾਂ ਨਾਲ ਲਗਭਗ 1 ਕਰੋੜ ਏਕੜ ਜ਼ਮੀਨ ਦੀ ਸਿੰਚਾਈ ਹੋ ਸਕੇ। ਇਸ ਤੋਂ ਛੁੱਟ ਉਸੇ ਪਾਣੀ ਵਿੱਚੋਂ 20 ਲੱਖ ਕਿਲੋਵਾਟ ਬਿਜਲੀ ਪੈਦਾ ਕਰਕੇ
ਇੱਕ ਪਾਸੇ ਹਜ਼ਾਰਾਂ ਪਿੰਡਾਂ ਕਸਬਿਆਂ ਨੂੰ ਜਗਮਗਾਉਣਾ ਤੇ ਦੂਜੇ ਪਾਸੇ ਅਣਗਿਣਤ ਕਾਰਖਾਨੇ ਚਲਾਉਣ ਲਈ ਤਾਕਤ ਮੁਹੱਈਆ ਕਰਨੀ, ਜਿਸ ਦਾ ਸਦਕਾ ਲੱਖਾਂ ਆਦਮੀਆਂ ਲਈ ਰੁਜ਼ਗਾਰ ਤੇ ਕਰੋੜਾਂ ਲਈ ਅੰਨ ਦੇ ਭੰਡਾਰ ਪੈਦਾ ਕੀਤੇ ਜਾਣੇ। ਕੀ ਇਹ ਰੱਬ ਦੀ ਪੂਜਾ ਨਹੀਂ? ਹੁਣ ਜ਼ਰਾ ਧਿਆਨ ਮਾਰੋ ਉਹਨਾਂ ਆਸਤਕਾਂ ਵੱਲ ਜਿਨ੍ਹਾਂ ਨੂੰ ਆਮ ਤੌਰ 'ਤੇ ਸੰਤ, ਮਹੰਤ ਤੇ ਧਰਮ ਦੇ ਥੰਮ ਕਿਹਾ ਜਾਂਦਾ ਹੈ। ਬਹੁਤੇ ਵਿਸਥਾਰ ਵਿੱਚ ਨਾ ਜਾਂਦਾ ਹੋਇਆ ਮੈਂ ਹੇਠਾਂ ਥੋੜ੍ਹੇ ਜਿੰਨੇ ਅੰਕੜੇ ਹੀ ਪੇਸ਼ ਕਰਨੇ ਚਾਹੁੰਦਾ ਹਾਂ। ਪਿਛਲੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਵਿੱਚ ਉਹਨਾਂ ਲੋਕਾਂ ਦੀ ਗਿਣਤੀ 80 ਲੱਖ ਦੇ ਕਰੀਬ ਹੈ ਜਿਹੜੇ ਕੋਈ ਕੰਮ-ਕਾਜ ਨਾ ਕਰਦੇ ਹੋਏ ਕੇਵਲ ਦਾਨ ਪੁੰਨ ਜਾਂ ਧਰਮ ਅਸਥਾਨਾਂ ਦੀਆਂ ਜਗੀਰਾਂ ਦੇ ਆਸਰੇ ਪਲਦੇ ਨੇ। ਗੋਇਆ ਹਰ 50 ਆਦਮੀਆਂ ਪਿੱਛੇ ਇੱਕ। ਭਲਾ ਜੇ ਔਸਤਨ 30 ਰੁਪਏ ਮਹੀਨਾ ਵੀ ਫੀ ਆਦਮੀ ਇਹਨਾਂ ਉੱਤੇ ਖਰਚ ਆਉਂਦਾ ਹੋਵੇ ਤਾਂ ਸਾਲ ਦੀ ਕਿੰਨੀ ਰਕਮ ਬਣੀ? 3 ਅਰਬ ਦੇ ਲਗਭਗ। ਗੋਇਆ ਹਰ ਸਾਲ ਉਸ ਦੇਸ਼ ਦਾ 3 ਅਰਬ ਰੁਪਇਆ ਉਹਨਾਂ ਲੋਕਾਂ ਦੇ ਪੇਟ ਵਿੱਚ ਜਾ ਪੈਂਦਾ ਹੈ ਜਿਹੜੇ ਡੱਕਾ ਭੰਨ ਕੇ ਦੂਰਾ ਨਹੀਂ ਕਰਦੇ, ਤੇ ਦੂਜੇ ਪਾਸੇ ਜਿਸ ਦੇਸ਼ ਦੇ ਕਰੋੜਾਂ ਆਦਮੀ ਸਾਰਾ ਦਿਨ ਹੱਡ ਤੋੜਵੀਂ ਮਿਹਨਤ ਕਰਦੇ ਹੋਏ ਵੀ ਪੇਟ ਭਰਨ ਜੋਗਾ ਅੰਨ ਨਹੀਂ ਪ੍ਰਾਪਤ ਕਰ ਸਕਦੇ। ਫਰਜ਼ ਕਰੋ ਜੇ ਕਿਸੇ ਅਗੰਮੀ ਪ੍ਰੇਰਨਾ ਨਾਲ ਇਨ੍ਹਾਂ 80 ਲੱਖ ਆਦਮੀਆਂ ਦੇ ਦਿਲਾਂ ਵਿੱਚ 10 ਨਹੁੰਆਂ ਦੀ ਕਿਰਤ ਕਰਨ ਦਾ ਜਜ਼ਬਾ ਜਾਗ ਉੱਠੇ ਤੇ ਉਹਨਾਂ ਦੀ ਇੱਛਾ ਅਨੁਸਾਰ ਹਰ ਇੱਕ ਨੂੰ ਕਾਸ਼ਤ ਲਈ 5 ਏਕੜ ਜ਼ਮੀਨ ਦੇ ਦਿੱਤੀ ਜਾਵੇ, ਜਿਹੜੀ ਅੱਜ ਵੀ ਕਰੋੜਾਂ ਏਕੜ ਬੇਕਾਰ ਪਈ ਹੈ, ਤੇ ਜੇ ਕਦੀ ਘੱਟੋ ਘੱਟ 5 ਮਣ ਅਨਾਜ ਹਰ ਇੱਕ ਆਦਮੀ ਹਰ ਵਰ੍ਹੇ ਵਿੱਚ ਪੈਦਾ ਕਰੇ ਤਾਂ ਇਸ ਲੇਖੇ ਹਰ ਸਾਲ 4 ਕਰੋੜ ਮਣ ਅਨਾਜ ਦੀ ਉਪਜ ਵੱਧ ਜਾਏਗੀ। ਸੋਚੋ ਫੇਰ ਕਿੱਥੇ ਰਹੇਗੀ ਸਾਡੇ ਦੇਸ਼ ਵਿੱਚ ਭੁੱਖ ਨੰਗ, ਤੇ ਕਿਵੇਂ ਟਿਕ ਸਕੇਗੀ ਅੰਨ ਸੰਕਟ ਦੀ ਚਿੰਤਾ। ਸਭ ਤੋਂ ਵੱਡਾ ਤੇ ਘਾਤਕ ਭੁਲੇਖਾ ਜਿਹੜਾ ਇਸ ਕਿਸਮ ਦੇ ਧਰਮ ਪ੍ਰਚਾਰਕਾਂ ਵੱਲੋਂ ਪਾ ਕੇ ਖਲਕਤ ਨੂੰ ਗੁੰਮਰਾਹ ਕੀਤਾ ਜਾਂਦਾ ਹੈ, ਉਹ ਇਹ ਹੈ ਕਿ ਜਿਸ ਰੱਬ ਨੇ ਸਾਨੂੰ ਪੈਦਾ ਕੀਤਾ ਹੈ, ਕੀ ਉਸ ਨੂੰ ਸਾਡੇ ਰੋਟੀ ਕੱਪੜੇ ਦਾ ਫਿਕਰ ਨਹੀਂ? ਫੇਰ ਕਿਉਂ ਅਸੀਂ ਰੱਬ ਦੀ ਬੰਦਗੀ ਵੱਲੋਂ ਹਟ ਕੇ ਤਨ ਪੇਟ ਦੀ ਚਿੰਤਾ ਵਿੱਚ ਫਾਵੇ ਹੋਈਏ? ਭਾਵ ਜਿਸ ਨੇ ਪੈਦਾ ਕੀਤਾ ਹੈ ਉਹ ਹਰ ਹੀਲੇ ਰਿਜ਼ਕ ਦੇਵੇਗਾ ਹੀ। ਖਿਮਾ ਮੰਗਦਾ ਹੋਇਆ ਮੈਂ ਇਹੋ ਜਿਹੇ ਖਰੜ ਗਿਆਨੀਆਂ ਪਾਸੋਂ ਪੁੱਛਦਾ ਹਾਂ ਕਿ ਉਦੋਂ ਕਿੱਥੇ ਚਲਾ ਗਿਆ ਸੀ ਤੁਹਾਡਾ ਇਹ ਰਿਜ਼ਕ ਦਾਤਾ, ਜਦੋਂ 1941-42 ਵਿੱਚ 10 ਲੱਖ ਬੰਗਾਲੀ ਭੁੱਖ ਦੇ ਹੱਥੋਂ ਦਮ ਤੋੜ ਗਏ ਸਨ? ਕਿਉਂ ਨਾ ਉਸ ਵੇਲੇ ਤੁਹਾਡੇ ਰਿਜ਼ਕ ਦਾਤੇ ਨੇ ਉਹਨਾਂ ਲਈ ਅਸਮਾਨ ਵਿੱਚੋਂ ਕਣਕ ਤੇ ਚੌਲਾਂ ਦੇ ਬੋਰੇ ਸੁੱਟ ਦਿੱਤੇ? ਸੱਚਾ ਹੈ ਇਹ ਸਿਧਾਂਤ ਕਿ ਸਭਨਾਂ ਜੀਆਂ ਨੂੰ ਰੱਬ ਹੀ ਰਿਜ਼ਕ ਦਿੰਦਾ ਹੈ, ਪਰ ਕਿਸੇ ਪੈਗੰਬਰੀ ਜਾਂ ਕਰਾਮਾਤੀ ਜ਼ਰੀਏ ਨਾਲ ਨਹੀਂ, ਭਾਵੇਂ 1000 ਵਰ੍ਹੇ ਕੋਈ ਉਸ ਦੀ ਅਰਾਧਨਾ ਕਰੀ ਜਾਵੇ, ਬਲਕਿ ਉਹ ਰਿਜ਼ਕ ਪਹੁੰਚਾਉਂਦਾ ਹੈ ਆਪਣੇ ਰੂਪ ਤੋਂ ਸਾਜੇ ਨਿਵਾਜੇ ਹੋਏ ਮਨੁੱਖ ਦੇ ਵਸੀਲਿਆਂ ਨਾਲ, ਜਿਸ ਨੂੰ ਆਪਣੀਆਂ ਸ਼ਕਤੀਆਂ ਬਖਸ਼ ਕੇ ਉਸਨੇ ਸੰਸਾਰ ਵਿੱਚ ਘੱਲਿਆ ਹੈ ਤੇ ਜਿਸ ਨੂੰ ਉਸਨੇ ਉਹ ਸ਼ਕਤੀਆਂ ਖੁੱਲ੍ਹੇ ਦਿਲ ਨਾਲ ਵਰਤਣ ਦੀ ਖੁੱਲ੍ਹ ਦੇ ਰੱਖੀ ਹੈ, ਜਿਵੇਂ ਮੈਂ ਉੱਪਰ ਭਾਖੜਾ ਸਕੀਮ ਦਾ ਜ਼ਿਕਰ ਕੀਤਾ ਹੈ। ਮੇਰੇ ਉੱਤੇ ਜਿਹੜੀ ਸੱਚਾਈਆਂ ਦੀ ਸੱਚਾਈ ਖੁੱਲ੍ਹਦੀ ਹੈ ਉਹ ਇਹ ਕਿ ਅਧਿਆਤਮਕਤਾ ਤੇ ਮਾਦਾ ਪ੍ਰਸਤੀ ਦਾ ਚੋਲੀ ਦਾਮਨ ਵਾਲਾ ਸਾਥ ਹੈ, ਤੇ ਅੱਜ ਤੋਂ ਨਹੀਂ ਪਰੰਪਰਾ ਤੋਂ ਚੱਲਿਆ ਆ ਰਿਹਾ ਹੈ, ਜਿਸ ਕਰਕੇ ਮਾਦਾ ਪ੍ਰਸਤੀ ਤੋਂ ਬਿਨਾਂ ਅਧਿਆਤਮਕਤਾ ਦਾ ਕੋਈ ਮੁੱਲ ਨਹੀਂ, ਤੇ ਅਧਿਆਤਮਕਤਾ ਤੋਂ ਬਿਨਾਂ ਮਾਦਾ ਪ੍ਰਸਤੀ ਲੰਗੜੀ ਹੈ। ਮੋਟਰ ਲਈ ਜਿੰਨਾ ਮੋਬਿਲ ਆਇਲ ਜ਼ਰੂਰੀ ਹੈ, ਓਨੀ ਹੀ ਮਨੁੱਖਤਾ ਲਈ ਅਧਿਆਤਮਕਤਾ, ਤੇ ਜਿੰਨਾ ਮੋਟਰ ਲਈ ਪੈਟਰੋਲ ਜ਼ਰੂਰੀ ਹੈ, ਓਨੀ ਹੀ ਮਾਦਾ ਪ੍ਰਸਤੀ। ਪਹਿਲੀ ਚੀਜ਼ ਤੋਂ ਬਿਨਾਂ ਮਨੁੱਖਤਾ ਵਿੱਚ ਲਚਕ ਨਹੀਂ ਆ ਸਕਦੀ ਤੇ ਦੂਸਰੀ ਬਿਨਾਂ ਹਰਕਤ ਨਹੀਂ ਪੈਦਾ ਹੋ ਸਕਦੀ। ਸੋ ਇਸ ਪੱਖੋਂ ਤਾਂ ਮੇਰੇ ਖਿਆਲ ਵਿੱਚ ਇਹ ਦੋਵੇਂ ਹੀ ਮਸਲੇ, ਆਸਤਕਤਾ ਤੇ ਨਾਸਤਕਤਾ, ਬੇਕਾਰ ਹੋ ਕੇ ਰਹਿ ਜਾਂਦੇ ਨੇ। ਇੱਕ ਹੋਰ ਗੱਲ ਦਾ ਸਪਸ਼ਟੀਕਰਨ ਵੀ ਮੈਨੂੰ ਜ਼ਰੂਰੀ ਜਾਪਦਾ ਹੈ। ਜਿਸ ਤਰ੍ਹਾਂ ਅਖੌਤੀ ਆਸਤਕ ਲੋਕ ਹਮੇਸ਼ਾ ਇੱਕ ਪੱਖੋਂ ਜਾਂ ਉਲਾਰ ਢੰਗ ਨਾਲ ਸੋਚਦੇ ਨੇ, ਇਸੇ ਤਰ੍ਹਾਂ ਪ੍ਰਕਿਰਤੀਵਾਦੀ ਵੀ ਇੱਥੇ ਪਹੁੰਚ ਕੇ ਧੋਖਾ ਖਾ ਜਾਂਦੇ ਨੇ। ਮੇਰੇ ਖਿਆਲ ਵਿੱਚ ਵਿਗਿਆਨੀ ਲੋਕ ਉਸ ਵੇਲੇ ਆਪਣੇ ਰਾਹ ਤੋਂ ਭਟਕ ਜਾਂਦੇ ਨੇ ਜਦੋਂ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਸਾਇੰਸ ਨੇ ਕੁਝ ਮਰਹਲੇ ਤੈਅ ਕਰਕੇ ਰੱਬ ਜਾਂ ਉਸ ਦੀ ਰੱਬਤਾ ਨੂੰ ਚੈਲੰਜ ਕਰ ਦਿੱਤਾ ਹੈ, ਜਿਸ ਬਾਰੇ ਉੱਪਰ ਮੈਂ ਸਵਿਸਤਾਰ ਜ਼ਿਕਰ ਕਰ ਆਇਆ ਹਾਂ। ਲੇਖ ਕਾਫੀ ਲੰਮਾ ਹੋ ਗਿਆ ਹੈ, ਪਰ ਇੱਕ ਹੋਰ ਗੱਲ ਦਾ ਧਿਆਨ ਦਿਵਾਏ ਬਿਨਾਂ ਇਸ ਦੇ ਲਿਖਣ ਦਾ ਮਨੋਰਥ ਪੂਰਾ ਨਹੀਂ ਹੋਵੇਗਾ। ਵਿਗਿਆਨਕ ਜਾਂ ਭੌਤਿਕਵਾਦੀ ਲੋਕ ਜਿਹੜੇ ਆਪਣੀਆਂ ਸਾਇੰਟੀਫਿਕ ਖੋਜਾਂ, ਤਜਰਬਿਆਂ ਤੇ ਮੁਤਾਲਿਆਂ ਦੇ ਬਲ ਨਾਲ ਪ੍ਰਕਿਰਤੀ ਦੀ ਨਾੜ ਨੂੰ ਨਖੇੜ ਕੇ ਉਹਨਾਂ ਨੂੰ ਗਹਿਰਾਈ ਨਾਲ ਵਾਚਦੇ
ਤੇ ਉਹਨਾਂ ਵਿੱਚੋਂ ਲੋਕ ਲਾਭ ਦੀਆਂ ਇਜਾਦਾਂ ਕਰਦੇ ਨੇ, ਨਿਸ਼ਚੇ ਹੀ ਉਹ ਲੋਕਾਈ ਦੇ ਸਭ ਤੋਂ ਵੱਡੇ ਸ਼ੁਭ ਚਿੰਤਕ ਕਹਾਉਣ ਦੇ ਅਧਿਕਾਰੀ ਨੇ। ਪਰ ਜਦੋਂ ਉਹਨਾਂ ਅੰਦਰ ਵੀ ਅੰਧ ਵਿਸ਼ਵਾਸੀ ਕਿਸਮ ਦਾ ਉਲਾਰਪਣਾ ਆ ਜਾਂਦਾ ਹੈ ਤੇ ਉਹ ਦੂਜੇ ਪੱਖ ਧਾਰਮਿਕਤਾ ਵੱਲੋਂ ਅੱਖਾਂ ਮੀਟ ਕੇ ਸਿਰਿਓਂ ਹੀ ਇਸ ਨੂੰ ਦੰਭ, ਪਖੰਡ ਤੇ ਨਾ ਸਮਝੀ ਦਾ ਫਤਵਾ ਦੇ ਦਿੰਦੇ ਨੇ, ਤਾਂ ਉਹ ਹਕੀਕਤ ਤੋਂ ਕਾਫੀ ਦੂਰ ਚਲੇ ਜਾਂਦੇ ਨੇ। ਓਨੇ ਹੀ ਦੂਰ ਜਿੰਨੇ ਸਤਹੀ ਕਿਸਮ ਦੇ ਆਸਤਕ ਜਾਂ ਅਧਿਆਤਮਵਾਦੀ। ਮੇਰਾ ਵਿਸ਼ਵਾਸ ਹੈ ਕਿ ਮਨੁੱਖ ਤਦ ਤੀਕ ਕਦੀ ਵੀ ਵਾਸਤਵਿਕਤਾ ਦੇ ਨੇੜੇ ਨਹੀਂ ਪਹੁੰਚ ਸਕੇਗਾ ਜਦ ਤੀਕ ਉਹ ਦੋਹਾਂ ਪੱਖਾਂ ਦੀਨ ਤੇ ਦੁਨੀਆ ਦਾ ਧਾਰਨੀ ਨਹੀਂ ਬਣਦਾ। ਧਾਰਮਿਕਤਾ ਤੋਂ ਮੇਰਾ ਇਹ ਭਾਵ ਨਹੀਂ ਕਿ ਕਿਸੇ ਫਰਜ਼ੀ ਸਵਰਗ ਨਰਕ ਜਾਂ ਆਵਾਗਾਉਣ ਦੇ ਚੱਕਰ ਵਿੱਚ ਫਸ ਕੇ ਆਦਮੀ ਭੰਬਲ ਭੂਸੇ ਖਾਂਦਾ ਫਿਰੇ। ਧਰਮ ਤਾਂ ਇੱਕ ਐਸੀ ਆਤਮ ਸ਼ੋਅ ਦਾ ਨਾਂ ਹੈ ਜਿਹੜੀ ਸਾਡੇ ਜੀਵਨ ਵਿੱਚ ਟਿਕ ਕੇ ਸਾਡੇ ਅੰਦਰ ਉਤਸ਼ਾਹ ਤੇ ਖੇੜਾ ਪੈਦਾ ਕਰਦੀ ਹੈ। ਜਿਸ ਤਰ੍ਹਾਂ ਕਿਸੇ ਅਖਾੜੇ ਵਿੱਚ ਜਾ ਕੇ ਦਾਵਾਂ ਪੇਚਾਂ ਦੀਆਂ ਗੱਲਾਂ ਸਾਡੇ ਦਿਲੋਂ ਦਿਮਾਗ ਵਿੱਚ ਘੁੰਮਣ ਲੱਗਦੀਆਂ ਨੇ, ਜਿਵੇਂ ਮਦਾਰੀ ਦਾ ਤਮਾਸ਼ਾ ਵੇਖਦਿਆਂ ਜਾਦੂਗਰੀਆਂ ਦਾ ਜਾਲ ਸਾਡੇ ਦੁਆਲੇ ਤਣਿਆ ਜਾਂਦਾ ਹੈ, ਜਿਸ ਤਰ੍ਹਾਂ ਤਾਸ਼ ਖੇਡਦਿਆਂ ਸਾਡੇ ਵਿਚਾਰਾਂ ਵਿੱਚ ਪਾਨ, ਇੱਟ ਤੇ ਹੁਕਮ ਚਿੜੀਆਂ ਦੇ ਗੋਲੇ ਬੇਗੀਆਂ ਦਾ ਕਰਮ ਉਪਜਦਾ ਹੈ, ਇੱਦਾਂ ਹੀ ਜਦੋਂ ਅਸੀਂ ਦਿਖਾਵੇ ਦੇ ਤੌਰ ਤੇ ਨਹੀਂ, ਆਤਮ ਸ਼ੁੱਧੀ ਦੀ ਖਾਤਰ ਕਿਸੇ ਧਰਮ ਮੰਦਰ ਵਿੱਚ ਜਾਂਦੇ ਹਾਂ ਤਾਂ ਸਾਡੇ ਉਦਗਾਰਾਂ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਮਸਤੀ ਜਹੀ, ਨਿਮਰਤਾ ਜਹੀ ਤੇ ਸਵੱਛਤਾ ਜਹੀ ਦਾ ਸੰਚਾਰ ਹੋਣ ਲੱਗਦਾ ਹੈ। ਸਾਡੇ ਕਰਮ ਤੇ ਗਿਆਨ ਇੰਦਰੀਆਂ ਵਿੱਚ ਭਰਪੂਰਤਾ ਜਹੀ ਆਉਣ ਲੱਗ ਪੈਂਦੀ ਹੈ ਤੇ ਅਸੀਂ ਇੰਜ ਮਹਿਸੂਸ ਕਰਦੇ ਹਾਂ ਜਿਵੇਂ ਚੋਖੇ ਚਿਰ ਦਾ ਭੁੱਲਿਆ ਭਟਕਿਆ ਤੇ ਭੁੱਖਾ ਬਾਲ ਆਪਣੀ ਮਾਂ ਦੀ ਛਾਤੀ ਨਾਲ ਜਾ ਲੱਗਦਾ ਹੈ, ਜਿੱਥੋਂ ਉਸ ਨੂੰ ਤ੍ਰਿਪਤੀ ਵੀ ਮਿਲਦੀ ਹੈ ਤੇ ਸ਼ਾਂਤੀ ਵੀ। ਇਹ ਮੰਨਣ ਨੂੰ ਤਾਂ ਮੇਰਾ ਉੱਕਾ ਦਿਲ ਨਹੀਂ ਕਰਦਾ ਕਿ ਧਰਮ ਮੰਦਰਾਂ ਵਿੱਚ ਜਾਣ ਜਾਂ ਪਾਠ ਕਰਨ ਨਾਲ ਰੱਬ ਸਾਡੇ ਪਾਪਾਂ ਨੂੰ ਬਖਸ਼ ਦਿੰਦਾ ਹੈ, ਅਥਵਾ ਗੁਰੂ ਪੈਗੰਬਰ ਸਾਡੇ ਪੂਜਾ ਪਾਠ ਉੱਤੇ ਪ੍ਰਸੰਨ ਹੋ ਕੇ ਰੱਬ ਪਾਸੋਂ ਸਾਡੇ ਲਈ ਕੋਈ ਸਿਫਾਰਿਸ਼ ਕਰਦੇ ਨੇ। ਅਲਬੱਤਾ ਇਤਨੀ ਗੱਲ ਮੈਂ ਜ਼ਰੂਰ ਕਹਾਂਗਾ ਕਿ ਧਰਮ ਅਸਥਾਨਾਂ ਵਿੱਚ ਜਾਣ ਜਾਂ ਧਾਰਮਿਕ ਬਾਣੀ ਪੜ੍ਹਨ ਨਾਲ ਨਾ ਕੇਵਲ ਸਾਡੇ ਗਿਆਨ ਵਿੱਚ ਹੀ ਵਾਧਾ ਹੁੰਦਾ ਹੈ, ਬਲਕਿ ਸਾਨੂੰ ਇਹ ਵੀ ਅਹਿਸਾਸ ਹੋਣ ਲੱਗਦਾ ਹੈ ਕਿ ਅਸੀਂ ਇੱਕ ਤੁੱਛ ਜੀਵ ਹੁੰਦੇ ਹੋਏ ਵੀ ਅਸਲ ਵਿੱਚ ਰੱਬ ਦਾ ਇੱਕ ਹਿੱਸਾ ਹਾਂ। ਅਸੀਂ ਇੱਕ ਨਿਗੂਣਾ ਜਿਹਾ ਜ਼ਰਰਾ ਹੁੰਦੇ ਹੋਏ ਵੀ ਆਪਣੇ ਸਾਗਰ ਦਾ ਹਿੱਸਾ ਹਾਂ, ਤੇ ਜੇ ਅਸੀਂ ਉਸ ਦਾ ਹਿੱਸਾ ਹਾਂ, ਉਸ ਦੇ ਅਸਤੀਤਵ ਤੋਂ ਉਪਜੇ ਹਾਂ, ਤਾਂ ਫਿਰ ਘਰਾਂ-ਬਾਰਾਂ ਤੇ ਕੰਮਾਂ-ਕਾਰਾਂ ਦੀਆਂ ਨਿੱਕੀਆਂ-ਨਿੱਕੀਆਂ ਅਸਫਲਤਾਵਾਂ ਤੋਂ ਘਬਰਾਹਟ ਕੇ ਹੀ, ਸਿਰ ਤੇ ਆ ਪਈ ਕਿਸੇ ਮੁਸੀਬਤ ਬਾਰੇ ਚਿੰਤਾ ਕਿਉਂ, ਕਿਸੇ ਘਾਟੇ ਵਾਧੇ ਦੇ ਸਹਿਮ ਨਾਲ 75 ਲੱਗ ਜਾਣ ਦਾ ਕੀ ਕਾਰਨ? ਜਿਸ ਦੇ ਅਸੀਂ ਸਾਜੇ ਨਿਵਾਜੇ ਹਾਂ, ਜਿਹੜਾ ਸਾਡਾ ਕਰਤਾ ਧਰਤਾ ਹੈ, ਉਸ ਦੇ ਹੁੰਦਿਆਂ ਕਿਉਂ ਅਸੀਂ ਢਹਿੰਦੀਆਂ ਕਲਾਂ ਵੱਲ ਜਾਈਏ? ਕਿਉਂ ਨਾ ਅਸੀਂ ਆਪਣੇ ਜ਼ਿੰਮੇ ਲਈਆਂ ਹੋਈਆਂ ਜ਼ਿੰਮੇਵਾਰੀਆਂ ਨੂੰ ਸੱਚਾਈ, ਹਿੰਮਤ ਤੇ ਅਕਲਮੰਦੀ ਨਾਲ ਨਿਭਾਉਂਦੇ ਚਲੇ ਜਾਈਏ? ਫਿਰ ਜੋ ਕੁਝ ਵੀ ਹੋਵੇਗਾ ਉਸ ਦੇ ਭਾਣੇ ਵਿੱਚ ਤੇ ਸਾਡੇ ਹਿੱਤ ਵਿੱਚ ਹੀ ਹੋਵੇਗਾ। ਜਿਹਾ ਕਿ ਉੱਪਰ ਦੱਸ ਆਇਆ ਹਾਂ, ਮੈਂ ਮੁੱਢ ਤੋਂ ਹੀ ਧਾਰਮਿਕ ਰੁਚੀਆਂ ਵਾਲਾ ਹਾਂ। ਪ੍ਰੀਤ ਨਗਰ ਰਹਿੰਦਿਆਂ ਵੀ ਇਹੋ ਕੁਝ ਸਾਂ ਤੇ ਅੱਜ ਵੀ ਇਹੋ ਹਾਂ। ਮੈਂ ਗੁਰਬਾਣੀ ਦਾ ਪਾਠ ਕਰਦਾ ਹਾਂ ਤੇ ਦਰਬਾਰ ਸਾਹਿਬ ਵੀ ਜਾਂਦਾ ਹਾਂ, ਜਿਸ ਨਾਲ ਮੇਰੀ ਰੂਹ ਨੂੰ ਤਸੱਲੀ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਮੈਂ ਕਿਸੇ ਫਲ ਪ੍ਰਾਪਤੀ ਜਾਂ ਕਾਮਨਾ ਪੂਰਤੀ ਦੇ ਖਿਆਲ ਨਾਲ ਬਾਣੀ ਨਹੀਂ ਪੜ੍ਹਦਾ, ਨਾ ਹੀ ਧਰਮ ਮੰਦਰ ਵਿੱਚ ਜਾ ਕੇ ਕਦੀ ਮੈਂ ਇਹੋ ਜਿਹੀ ਅਰਦਾਸ ਬੇਨਤੀ ਕਰਦਾ ਹਾਂ, ਕਿਉਂਕਿ ਐਸੀ ਪ੍ਰਾਪਤੀ ਦਾ ਖਿਆਲ ਕਰਨਾ ਹੀ ਮੈਨੂੰ ਝੱਲਾਪਣ ਜਾਪਦਾ ਹੈ। ਮੈਂ ਉੱਕਾ ਨਹੀਂ ਮੰਨਦਾ ਕਿ ਪਾਠ ਕਰਨ ਜਾਂ ਧਰਮ ਮੰਦਰ ਜਾਣ ਨਾਲ ਮੇਰੇ ਬਿਮਾਰ ਬੱਚੇ ਦਾ ਬੁਖਾਰ ਉਤਰ ਜਾਏਗਾ ਜਾਂ ਮੇਰੇ ਉੱਤੇ ਆਈ ਹੋਈ ਕੋਈ ਮੁਸੀਬਤ ਟਲ ਜਾਏਗੀ। ਪਰ ਇਤਨਾ ਮੈਂ ਜ਼ਰੂਰ ਕਹਿ ਸਕਦਾ ਹਾਂ ਕਿ ਬੱਚੇ ਦਾ ਬੁਖਾਰ ਭਾਵੇਂ ਨਾ ਉਤਰੇ, ਆਈ ਹੋਈ ਮੁਸੀਬਤ ਭਾਵੇਂ ਨਾ ਟਲੇ, ਪਰ ਧਾਰਮਿਕ ਭਾਵਾਂ ਵਿੱਚ ਰੰਗੀਜ਼ ਕੇ ਮੈਨੂੰ ਆਪਣੇ ਅੰਦਰ ਕੋਈ ਐਸੀ ਸ਼ਕਤੀ ਮਹਿਸੂਸ ਹੋਣ ਲੱਗਦੀ ਹੈ ਜਿਸ ਦੇ ਆਸਰੇ ਮੈਨੂੰ ਬੱਚੇ ਦੀ ਬਿਮਾਰੀ ਦੀ ਚਿੰਤਾ ਤੋਂ ਛੁਟਕਾਰਾ ਮਿਲ ਜਾਂਦਾ ਹੈ। ਆਈ ਹੋਈ ਮੁਸੀਬਤ ਨਾਲ ਜੂਝਣ ਲਈ ਮੈਨੂੰ ਮਜ਼ਬੂਤ ਕਿਸਮ ਦਾ ਕੋਈ ਠੁੰਮਣਾ ਜਿਹਾ ਲੱਭ ਪੈਂਦਾ ਹੈ ਤੇ ਮੈਂ ਤਾਜ਼ਾ ਦਮ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਜੁਟ ਪੈਂਦਾ ਹਾਂ। ਤੇ ਜਿਹੜੀ ਸਭ ਤੋਂ ਮਹਾਨ ਚੀਜ਼ ਦੀ ਮੈਨੂੰ ਇਸ ਵਿੱਚੋਂ ਪ੍ਰਾਪਤੀ ਹੁੰਦੀ ਹੈ, ਉਹ ਹੈ ਮੇਰੇ ਹਿਰਦੇ ਵਿੱਚ ਇੱਕ ਆਨੰਦੀ ਜਿਹਾ ਹੁਲਾਰਾ ਆਉਣਾ, ਖਾਸ ਕਰਕੇ ਉਦੋਂ ਜਦੋਂ ਮੈਂ ਸੰਗੀਤ ਰਸ ਵਿੱਚ ਭਿੱਜੀ ਹੋਈ ਗੁਰਬਾਣੀ ਦਾ ਕੀਰਤਨ ਸੁਣ ਰਿਹਾ ਹੁੰਦਾ ਹਾਂ। ਉਸ ਵੇਲੇ ਮੈਨੂੰ ਆਪਣਾ ਆਪ ਵਜੂਦ ਵਿੱਚ ਮਹਿਸੂਸ ਹੁੰਦਾ ਹੈ। ਕਿਸੇ ਵੇਲੇ ਤਾਂ ਐਸਾ ਵੀ ਹੁੰਦਾ ਹੈ ਕਿ ਕੀਰਤਨ ਦੀ ਹਰ ਇੱਕ ਤੁਕ ਜਿਵੇਂ ਉਚੇਚੇ ਤੌਰ 'ਤੇ ਮੇਰੇ ਲਈ ਹੀ ਉਚਾਰੀ ਜਾ ਰਹੀ ਹੋਵੇ,
ਜਿਹੜੀ ਮੇਰੀਆਂ ਉਲਝਣਾਂ ਦਰ ਉਲਝਣਾਂ ਨੂੰ ਖੋਲ੍ਹਦੀ ਚਲੀ ਜਾਂਦੀ ਹੈ। ਪਰ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਧਾਰਮਿਕ ਹੁੰਦਾ ਹੋਇਆ ਵੀ ਮੈਂ ਫਿਰਕੂ ਬਿਲਕੁਲ ਨਹੀਂ ਹਾਂ। ਮੇਰੇ ਖਿਆਲ ਵਿੱਚ ਧਾਰਮਿਕ ਆਦਮੀ ਕਦੀ ਵੀ ਫਿਰਕਾ ਪ੍ਰਸਤ ਨਹੀਂ ਹੋ ਸਕਦਾ, ਅਥਵਾ ਇਉਂ ਕਹਿ ਲਓ ਕਿ ਫਿਰਕਾ ਪ੍ਰਸਤ ਆਦਮੀ ਕਦੀ ਵੀ ਧਾਰਮਿਕ ਨਹੀਂ ਹੋ ਸਕਦਾ। ਇਹੋ ਮੇਰੇ ਗੁਰੂ ਨਾਨਕ ਦੀ ਸਿੱਖਿਆ ਹੈ। ਮੈਂ ਅਜੇ ਤੀਕ ਇਸ ਸਿਧਾਂਤ ਨਾਲ ਸਹਿਮਤ ਨਹੀਂ ਹੋ ਸਕਿਆ ਕਿ ਮਨੁੱਖਤਾ ਦੇ ਇੱਕ ਤੋਂ ਵੱਧ ਮਜ਼ਹਬ ਹੋ ਸਕਦੇ ਨੇ, ਜਿਸ ਦੀ ਗਵਾਹੀ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਇਨ੍ਹਾਂ ਸ਼ਬਦਾਂ ਵਿੱਚ ਮਿਲਦੀ ਹੈ, ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ। ਕਾਸ਼ ਕਦੀ ਦੁਨੀਆ ਇਸ ਕੁੰਡੀ ਨੂੰ ਸਮਝ ਸਕਦੀ ਕਿ ਮਨੁੱਖਤਾ ਜੇ ਇੱਕ ਹੈ ਤਾਂ ਉਸ ਦੇ ਮਜ਼ਹਬ ਵੀ ਦੋ ਨਹੀਂ ਹੋ ਸਕਦੇ। ਜੇ ਐਸਾ ਹੁੰਦਾ ਤਾਂ ਕਾਹਨੂੰ ਦੁਨੀਆ ਵਿੱਚ ਮਜ਼ਹਬ ਦੇ ਨਾਂ ਹੇਠ ਮਨੁੱਖੀ ਰਤ ਦੀਆਂ ਨਦੀਆਂ ਵਗਦੀਆਂ। ਮੈਨੂੰ ਇਹੋ ਜਿਹੇ ਆਸਤਕਾਂ ਤੋਂ ਨਫ਼ਰਤ ਹੈ ਜਿਹੜੇ ਆਪਣੇ ਫਰਜ਼ੀ ਮਜ਼ਹਬ ਦੇ ਝੰਡੇ ਹੇਠ ਇਕੱਠੇ ਹੋ ਕੇ ਮਨੁੱਖੀ ਲਹੂ ਪੀਣ ਲਈ ਪ੍ਰੇਰੇ ਜਾ ਸਕਦੇ ਨੇ। ਇਹਨਾਂ ਨਾਲੋਂ ਤਾਂ ਮੇਰੇ ਖਿਆਲ ਵਿੱਚ ਉਹ ਨਾਸਤਕ ਹੀ ਚੰਗੇ ਨੇ ਜਿਹੜੇ ਕਿਸੇ ਵੱਡੇ ਤੋਂ ਵੱਡੇ ਮਤਭੇਦ ਜਾਂ ਵਿਰੋਧ ਦੇ ਹੁੰਦਿਆਂ ਹੋਇਆਂ ਵੀ ਆਪਣੇ ਵਿਰੋਧੀ ਲਈ ਕਦੀ ਭੁੱਲ ਕੇ ਵੀ ਸ਼ੁਰਿਆਂ ਛਵੀਆਂ ਦੀ ਵਰਤੋਂ ਨਹੀਂ ਕਰਦੇ। ਜਦੋਂ ਵੀ ਇੱਕ ਸਾਇੰਸਦਾਨ ਦੀ ਕਿਸੇ ਕਾਢ ਜਾਂ ਥਿਊਰੀ ਤੋਂ ਬਾਅਦ ਕਿਸੇ ਹੋਰ ਵਿਗਿਆਨੀ ਨੇ ਉਸ ਨੂੰ ਗਲਤ ਸਾਬਤ ਕਰਕੇ ਕੋਈ ਨਵਾਂ ਫਾਰਮੂਲਾ ਪੇਸ਼ ਕੀਤਾ ਤਾਂ ਐਸਾ ਕਦੀ ਵੇਖਣ ਵਿੱਚ ਨਹੀਂ ਆਇਆ ਕਿ ਪਹਿਲੇ ਵਿਗਿਆਨੀ ਨੇ ਗੁੱਸੇ ਵਿੱਚ ਆ ਕੇ ਨਵੇਂ ਦੇ ਵਿਰੁੱਧ ਜਹਾਦ ਦਾ ਨਾਅਰਾ ਬੁਲੰਦ ਕਰ ਦਿੱਤਾ ਹੋਵੇ। ਬਲਕਿ ਇਸ ਤੋਂ ਉਲਟ ਪਹਿਲਾ ਸਗੋਂ ਦੂਸਰੇ ਦਾ ਸ਼ੁਕਰਗੁਜ਼ਾਰ ਹੁੰਦਾ ਹੈ ਕਿ ਉਸਨੇ ਉਸਦੇ ਤਜਰਬਿਆਂ ਵਿੱਚ ਵਾਧਾ ਕਰਨ ਲਈ ਇੱਕ ਨਵੀਂ ਲੀਹ ਦਿਖਾਈ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਅਖੌਤੀ ਅਧਿਆਤਮਵਾਦੀਆਂ ਦੀਆਂ ਮਾੜੀਆਂ ਕਰਨੀਆਂ ਕਰਕੇ ਅਧਿਆਤਮਕਤਾ ਦਾ ਸਿਧਾਂਤ ਹੀ ਰੱਦੀ ਦੀ ਟੋਕਰੀ ਵਿੱਚ ਸੁੱਟਣ ਲਾਇਕ ਹੋ ਗਿਆ। ਕਸੂਰ ਜੇ ਹੈ ਤਾਂ ਉਹਨਾਂ ਜਨੂਨੀ ਕਿਸਮ ਦੇ ਲੋਕਾਂ ਦਾ ਜਿਨ੍ਹਾਂ ਨੇ ਧਰਮ ਜਾਂ ਅਧਿਆਤਮਕਤਾ ਨੂੰ ਸਮਝਣ ਦੀ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਜਿਨ੍ਹਾਂ ਦੇ ਘਟੀਆ ਆਚਰਨ ਦੀ ਸਜ਼ਾ ਭੁਗਤਣੀ ਪਈ ਧਰਮ ਜਾਂ ਅਧਿਆਤਮਕਤਾ ਨੂੰ। ਅੱਜ ਜੇ ਉਹਨਾਂ ਲੋਕਾਂ ਦੀ ਸ਼ਿਕਾਇਤ ਹੈ ਕਿ ਦੁਨੀਆ ਵਿੱਚ ਧਰਮ ਭਾਵ ਘਟ ਰਿਹਾ ਹੈ ਤੇ ਨਾਸਤਿਕਤਾ ਵੱਧ ਰਹੀ ਹੈ ਤਾਂ ਇਸ ਦਾ ਜ਼ਿੰਮੇਵਾਰ ਉਹਨਾਂ ਤੋਂ ਬਿਨਾਂ ਹੋਰ ਕੋਈ ਨਹੀਂ ਹੋ ਸਕਦਾ ਜਿਨ੍ਹਾਂ ਨੇ ਧਰਮ ਦੇ ਬੁਰਕੇ ਹੇਠ ਖੁਦ ਹੀ ਨਾਸਤਿਕਤਾ ਦਾ ਪ੍ਰਚਾਰ ਜਾਰੀ ਕਰ ਰੱਖਿਆ ਹੈ। ਉਹਨਾਂ ਨੇ ਹੀ ਤਾਂ ਧਰਮ ਨੂੰ ਉਸ ਦੇ ਅਸਲੀ ਆਸਨ ਤੋਂ ਡੇਗ ਕੇ ਦੁਕਾਨਦਾਰੀ ਦੀ ਗੱਦੀ ਤੇ ਲਿਆ ਬਿਠਾਇਆ ਹੈ, ਜਿਸ ਦਾ ਫਲ ਰੂਪ ਧਰਮ ਅਵਲੰਬੀਆਂ ਨੂੰ ਜਿੰਨੇ ਵਿਸ਼ਾਲ ਚਿੱਤ ਤੇ ਉਦਾਰ ਹੋਣਾ ਚਾਹੀਦਾ ਸੀ ਓਨੇ ਹੀ ਇਹ ਲੋਕ ਸੰਕੀਰਨ ਤੇ ਲਕੀਰ ਦੇ ਫਕੀਰ ਬਣ ਗਏ ਨੇ। ਫਰਜ਼ ਕਰੋ ਇੱਕ ਆਦਮੀ ਕਹਿੰਦਾ ਹੈ ਕਿ ਜਾਓ ਮੈਂ ਤੁਹਾਡੇ ਮਜ਼ਹਬ ਨੂੰ ਨਹੀਂ ਮੰਨਦਾ, ਪਰ ਉਸ ਵਿੱਚ ਕਈ ਐਸੀਆਂ ਖੂਬੀਆਂ ਵੀ ਪਾਈਆਂ ਜਾਂਦੀਆਂ ਨੇ ਜਿਹੜੀਆਂ ਵਿਰਲੇ ਹੀ ਕਿਸੇ ਧਰਮੀ ਵਿੱਚ ਦਿਖਾਈ ਦਿੰਦੀਆਂ ਹੋਣ, ਤਾਂ ਕਿਉਂ ਇਸ ਕਿਸਮ ਦੇ ਬੰਦੇ ਨੂੰ ਅਛੂਤ ਜਾਂ ਨਾਸਤਕ ਸਮਝ ਕੇ ਉਸ ਤੋਂ ਨਫ਼ਰਤ ਕੀਤੀ ਜਾਵੇ? ਧਰਮ ਤਾਂ ਹਰ ਇੱਕ ਦਾ ਜ਼ਾਤੀ ਸਵਾਲ ਹੈ। ਕੋਈ ਉਸ ਦਾ ਧਾਰਨੀ ਰਹੇ ਨਾ ਰਹੇ ਜਾਂ ਕਿਸੇ ਹੋਰ ਧਰਮ ਨੂੰ ਗ੍ਰਹਿਣ ਕਰ ਲਵੇ, ਇਸ ਨਾਲ ਕਿਸੇ ਦੂਸਰੇ ਨੂੰ ਕੀ ਵਾਸਤਾ? ਕਿਸੇ ਨੇ ਜੇ ਇਸਲਾਮ ਤਿਆਗ ਕੇ ਹਿੰਦੂ ਧਰਮ ਕਬੂਲ ਕਰ ਲਿਆ ਤਾਂ ਇਸਲਾਮੀਆਂ ਵੱਲੋਂ ਫਤਵਾ ਸਾਦਰ ਹੁੰਦਾ ਹੈ, ਚੜ੍ਹਾ ਦਿਓ ਸੂਲੀ ਤੇ ਜੇ ਕਿਸੇ ਸਿੱਖ ਨੇ ਕਿਸੇ ਗੈਰ ਸਿੱਖ ਧਰਮ ਵਿੱਚ ਪ੍ਰਵੇਸ਼ ਕੀਤਾ ਤਾਂ ਗੁਰਮੱਤਾ ਪਾਸ ਹੁੰਦਾ ਹੈ, ਛੇਕ ਦਿਓ ਇਸ ਨੂੰ ਬਰਾਦਰੀ 'ਚੋਂ। ਕਿਤਨੀ ਅਨੋਖੀ ਸਮਝ ਹੈ ਇਹਨਾਂ ਲੋਕਾਂ ਦੀ। ਬਦੋ-ਬਦੀ ਕਿਸੇ ਦੇ ਜ਼ਾਤੀ ਮਸਲਿਆਂ ਵਿੱਚ ਟੰਗ ਅੜਾ ਕੇ ਨਾ ਕੇਵਲ ਆਪਣੀ ਅਕਲ ਦਾ ਦਿਵਾਲੀਆਪਣ ਪ੍ਰਗਟ ਕਰਦੇ ਨੇ, ਬਲਕਿ ਆਪਣੇ ਮਜ਼ਹਬ ਨੂੰ ਵੀ, ਜਿਸ ਦੇ ਉਹ ਆਪਣੇ ਆਪ ਨੂੰ ਵਾਹਿਦ ਵਾਰਿਸ ਖਿਆਲ ਕਰਦੇ ਨੇ, ਲੋਕਾਈ ਦੀਆਂ ਨਜ਼ਰਾਂ ਵਿੱਚ ਹਾਸੋਹੀਣਾ ਬਣਾਉਂਦੇ ਨੇ। ਫਿਰ ਹੈਰਾਨੀ ਉੱਤੇ ਡਬਲ ਹੈਰਾਨੀ ਇਸ ਗੱਲ ਦੀ ਕਿ ਇੱਕ ਪਾਸੇ ਤਾਂ ਅਜਿਹੇ ਲੋਕੀ ਆਪਣੇ ਮਜ਼ਹਬ ਦੀ ਰਾਖੀ ਲਈ ਹਰ ਵੇਲੇ ਘੱਲੂ ਘਾਰੇ ਲਈ ਤਤਪਰ ਵਿਖਾਈ ਦਿੰਦੇ ਨੇ, ਪਰ ਦੂਜੇ ਪਾਸੇ ਇਹੋ ਭੱਦਰ ਪੁਰਸ਼ ਬਲੈਕਾਂ ਕਰਦੇ, ਵੱਡੀਆਂ ਖਾਂਦੇ, ਅੰਨ ਚੋਰੀਆਂ ਕਰਦੇ ਤੇ ਸਰਹੱਦੀ ਸਮਗਲਿੰਗ ਤੱਕ ਕਰਦੇ ਹੋਏ ਨਹੀਂ ਸ਼ਰਮਾਉਂਦੇ। ਨਾ ਹੀ ਇਸ ਬਦਲੇ ਕਦੀ ਉਹਨਾਂ ਦੇ ਹਮ ਮਜ਼ਹਬ ਅੱਖ ਉੱਚੀ ਕਰਕੇ ਉਹਨਾਂ ਵੱਲ ਤੱਕਣ ਦੇ ਰਵਾਦਾਰ ਹੁੰਦੇ ਨੇ। ਸੋ ਉਪਰੋਕਤ ਵਿਚਾਰਾਂ ਦੀ ਰੌਸ਼ਨੀ ਵਿੱਚ ਇੱਕ ਵਾਰੀ ਫੇਰ ਦੱਸ ਦਿਆਂ ਕਿ ਇਹ ਆਸਤਕ ਤੇ ਨਾਸਤਕ ਦਾ ਸਵਾਲ ਛੁੱਟ ਇੱਕ ਗੋਰਖ ਧੰਦੇ ਤੋਂ ਮੇਰੇ ਨਜ਼ਦੀਕ ਹੋਰ ਕੁਝ ਨਹੀਂ। ਮੈਨੂੰ ਨਾ ਤਾਂ ਫਿਰਕੂ ਕਿਸਮ ਦਾ ਆਸਤਕਪਣਾ ਪਸੰਦ ਹੈ ਤੇ ਨਾ ਹੀ ਬੇਸਮਝ ਕਿਸਮ ਦਾ ਨਾਸਤਕਪਣਾ। ਊਠ ਦੀ ਚੜ੍ਹਾਈ ਤੇ ਉਤਰਾਈ ਵਾਂਗ ਮੈਂ ਇਹੋ ਜਿਹੀ ਚੜ੍ਹਾਈ ਨੂੰ ਵੀ ਲਾਹਨਤ ਤੇ ਉਤਰਾਈ ਨੂੰ ਵੀ ਲਾਹਨਤ ਸਮਝਦਾ ਹਾਂ।
ਫਿਰ ਮੈਂ ਕੀ ਹਾਂ, ਆਸਤਕ ਕਿ ਨਾਸਤਕ? ਇਸ ਦਾ ਉੱਤਰ ਮੈਂ ਕੀ ਦਿਆਂ, ਜਦ ਕਿ ਮੈਨੂੰ ਇਹ ਦੋਵੇਂ ਹੀ ਸ਼ਬਦ ਨਿਰਾਰਥਕ ਜਾਪਦੇ ਨੇ। ਪਰ ਜੋ ਕੁਝ ਵੀ ਮੈਂ ਹਾਂ ਉਸ ਨੂੰ ਬਿਨਾਂ ਕਿਸੇ ਲੱਗ ਲਪੇਟ ਤੋਂ ਪ੍ਰਗਟ ਕਰ ਦਿੱਤਾ ਹੈ, ਤੇ ਇਸ ਦੀ ਰੌਸ਼ਨੀ ਵਿੱਚ ਜੋ ਕਿਸੇ ਦਾ ਜੀ ਕਰੇ ਮੈਨੂੰ ਸਮਝ ਲਵੇ। ਮੇਰਾ ਇਸ ਨਾਲ ਕੁਝ ਵੀ ਬਣਦਾ ਜਾਂ ਵਿਗੜਦਾ ਨਹੀਂ। ਦੋਸਤੋ, ਤੁਸੀਂ ਸੁਣ ਰਹੇ ਸੀ ਨਾਨਕ ਸਿੰਘ ਦੀ ਲਿਖੀ ਪੁਸਤਕ ਮੇਰੀ ਦੁਨੀਆ ਦਾ 21ਵਾਂ ਅਧਿਆਇ। ਕੀ ਮੈਂ ਨਾਸਤਕ ਹਾਂ? ਅੱਜ ਇੰਨਾ ਹੀ। ਰੱਬ ਰਾਖਾ। ਆਓ ਸੁਣੋ ਸੁਣਾਈਏ ਜੀ ਕਿਤਾਬਾਂ ਦੇ ਕੁਝ ਪੰਨੇ, ਆਓ ਸੁਣੋ ਸੁਣਾਈਏ। ਇਹ ਸਾਰੀ ਦੁਨੀਆ ਗਿਆਨ ਦਾ ਸਾਗਰ ਜਿਸ ਨੂੰ ਮੰਨੇ, ਆਓ ਸੁਣੋ ਸੁਣਾਈਏ ਜੀ ਕਿਤਾਬਾਂ ਦੇ ਕੁਝ ਪੰਨੇ, ਆਓ ਸੁਣੋ ਸੁਣਾਈਏ।